ਹੁਣ ਆਪਾਂ ਤੁਰੇ ਆਉਂਦੇ ਹੋਈਏ, ਰਸਤੇ ਦੇ ਵਿੱਚ ਕੋਈ ਗਰਮੀ ਦੇ ਸਮੇਂ ਠੰਡਾ ਪਾਣੀ ਪਈ ਜਾਂਦਾ ਹੋਵੇ, ਆਪਾਂ ਰੁਕ ਜਾਂਦੇ ਹਾਂ ਨਾ। ਜਾਂ ਤੁਰੇ ਆਉਂਦਿਆਂ ਦੇ ਬਹੁਤੀ ਗਰਮੀ ਹੋਵੇ, 10 ਮਿੰਟ ਦਰਖਤ ਦੀ ਸੰਘਣੀ ਛਾਂ ਹੇਠਾਂ ਬਹਿ ਜਾਈਏ, ਆਨੰਦ ਤਾਂ ਆਉਂਦਾ। ਤੇ ਜਾਣ ਲੱਗੇ ਸੋਚੀਏ ਵੀ ਛਾਂ ਸੀ ਚੰਗੀ, ਮੈਂ ਪੰਡ ਬੰਨ੍ਹ ਕੇ ਦਰਖਤ ਦੀ ਛਾਂ ਨੂੰ ਨਾਲ ਲੈ ਜਾ, ਇਹ ਕਿਤੇ ਹੋ ਸਕਦਾ ਗੁਰਮੁਖੋ? ਇਸੇ ਤਰ੍ਹਾਂ ਜਿੰਨੇ ਕੁ ਸੰਸਾਰ ਦੇ ਸੁੱਖ ਨੇ, ਗੁਰੂ ਅਮਰਦਾਸ ਜੀ ਲਿਖ ਗਏ, ਕਹਿੰਦੇ ਇਹ ਵੀ ਪ੍ਰਮਾਤਮਾ ਨੇ ਛਾਂ ਕੀਤੀ ਹੈ। ਮਹਾ ਮਾਇਆ ਹੈ ਤਿਸ ਕੀ ਛਾਇਆ। ਮਾਇਆ ਇਕੱਲੇ ਪੈਸੇ ਨਹੀਂ ਹੁੰਦੇ, ਆ ਘਰ-ਬਾਰ ਪਰਿਵਾਰ ਜਿੰਨਾ ਕੁਛ ਦੇਖਦੇ ਆ, ਇਹ ਮਾਲਕ ਨੇ ਮਾਇਆ ਰਚੀ ਹੈ। ਇਹਦਾ ਵੀ ਸੁੱਖ ਤਾਂ ਲੈ ਸਕਦਾ ਹੈ, ਪਰ ਯਾਦ ਰੱਖੀ ਜਾਣ ਵੇਲੇ ਪੰਡ ਬੰਨ੍ਹ ਕੇ ਇਹਨੂੰ ਵੀ ਨਾਲ ਨਹੀਂ ਲਿਜਾ ਸਕਦਾ। ਆਨੰਦ ਮਾਣ, ਪਰ ਇੰਨਾ ਕੁ ਦੇਖੀ ਵੀ ਛਾਂ ਥੱਲੇ ਬਹਿ ਕੇ ਕੀਤਾ ਕੀ ਹੈ। ਹੁਣ ਇੱਥੇ ਵੀ ਰਾਹੀ ਤੁਰੇ ਜਾਂਦੇ ਰੁਕਦੇ ਨੇ, ਜੇ ਦਰਖਤ ਦੀ ਛਾਂ ਥੱਲੇ ਬੈਠਾ ਰਹੇ ਚੁੱਪ ਕਰਕੇ ਤਾਂ ਵੀ ਚੰਗਾ ਹੈ। ਜੇ ਉਹ ਚੰਗੇ ਸ਼ਬਦ ਬੋਲੇ ਉਹਦਾ ਸਤਿਕਾਰ ਹੁੰਦਾ। ਜੇ ਛਾਂ ਥੱਲੇ ਬਹਿ ਕੇ ਗਾਲਾਂ ਕੱਢੇ ਫਿਰ ਮਾਰ ਵੀ ਖਾ ਸਕਦਾ। ਉੱਥੇ ਛਾਂ ਦਾ ਜਾਂ ਦਰਖਤ ਦਾ ਕਸੂਰ ਨਹੀਂ ਹੁੰਦਾ, ਕਰਮ ਹੈ ਆਪੋ ਆਪਣੇ। ਇਸੇ ਤਰ੍ਹਾਂ ਗੁਰਮੁਖੋ ਘਰਾਂ ਪਰਿਵਾਰਾਂ ਵਿੱਚ, ਸੰਸਾਰ ਵਿੱਚ ਆਪਾਂ ਰਹਿੰਦੇ ਹਾਂ, ਸਵਾਸ ਮਾਲਕ ਨੇ ਜਿੰਨੇ ਦੇ ਆ ਉਨੇ ਆਉਣੇ ਹੀ ਆਉਣੇ ਆ। ਰੋਜੀ ਰੋਟੀ ਮਾਲਕ ਨੇ ਦੇਣੀ ਹੈ, ਉਹਨੇ ਦੇਣੀਓ ਹੀ ਦੇਣੀ ਹੈ। ਪਰ ਇਹ ਤੂੰ ਸੋਚਣਾ ਵੀ ਮੈਂ ਇੱਥੇ ਰਹਿ ਕੇ ਕੀਤਾ ਕੀ ਹੈ। ਆਖੋ ਸਤਿਨਾਮ। ਸੇਵਾ ਤੇ ਸਿਮਰਨ ਦੋ ਚੀਜ਼ਾਂ ਹੈ। ਜਿਨ੍ਹਾਂ ਦੇ ਪੱਲੇ ਇਹ ਹੋਣ ਤੇ ਜ਼ੁਬਾਨ ਕਿਤੇ ਮਿੱਠੇ ਬੋਲ ਭਲੇ ਦੇ ਬੋਲਣ ਲੱਗ ਜੇ, ਨਾਲ ਹੋ ਜੇ ਸਿਮਰਨ, ਫਿਰ ਤਾਂ ਮਨੁੱਖ ਜਿਉਂਦਾ ਹੀ ਰੱਬ ਦਾ ਰੂਪ ਹੈ। ਇਨਸਾਨ ਭਗਵਾਨ ਬਣਦਾ ਹੈ। ਤੇ ਜੇ ਇਹੀ ਜ਼ੁਬਾਨ ਨਾਲ ਪੁੱਠਾ ਹੀ ਬੋਲੇ, ਹਰ ਵੇਲੇ ਨਿੰਦਿਆ ਕਰੇ, ਚੁਗਲੀ ਕਰੇ, ਸੇਵਾ ਵੀ ਨਹੀਂ ਕਰਨੀ, ਸਿਮਰਨ ਵੀ ਨਹੀਂ ਕਰਨਾ ਰੱਬ ਦਾ, ਫਿਰ ਇਨਸਾਨ ਭਗਵਾਨ ਨਹੀਂ ਬਣਦਾ, ਸ਼ੈਤਾਨ ਬਣਦਾ ਗੁਰਮੁਖ। ਉਹਨੂੰ ਫਿਰ ਸਤਿਕਾਰ ਨਹੀਂ ਮਿਲਦਾ, ਫਟਕਾਰ ਹੀ ਪੈਂਦੀ ਹੈ, ਮਾਰ ਹੀ ਪੈਂਦੀ ਹੈ। ਤੇ ਜਿਹੜੇ ਬੰਦੇ ਇਦਾਂ ਦੇ ਹੁੰਦੇ ਆ ਨਾ, ਭਗਤ ਕਬੀਰ ਜੀ ਅੱਜ ਰੱਬ ਦਾ ਰੂਪ ਹੋ ਗਏ, ਭਗਤੀ ਕੀਤੀ ਪ੍ਰਮਾਤਮਾ ਦੀ। ਅੱਜ ਕਬੀਰ ਵੀ ਸਾਡੇ ਗੁਰੂ ਨੇ, ਕਿਉਂਕਿ ਗਿਆਨ ਦਿੱਤਾ ਹੈ ਆਪਾਂ ਨੂੰ। ਕਬੀਰ ਜੀ ਮਹਾਰਾਜ ਕਹਿੰਦੇ ਨੇ, ਜਿਹੇ ਘਰ ਸਾਧ ਨਾ ਸੇਵੀ ਹੈ, ਹਰ ਕੀ ਪੂਜਾ ਨਾਹੇ, ਤੇਹ ਘਰ ਮਰਹਟ ਸਾਰਖੇ, ਭੂਤ ਵਸਹਿ ਤਿਨ ਮਾਹੇ। ਕਹਿੰਦੇ ਜਿਹੜੇ ਘਰ ਵਿੱਚ ਭਾਈ ਸਾਧੂ ਸੰਤ ਮਹਾਤਮਾ ਦੀ ਸੇਵਾ ਨਹੀਂ ਹੋ ਰਹੀ, ਰੱਬ ਦਾ ਨਾਮ ਨਹੀਂ ਚੱਲਦਾ, ਸਿਮਰਨ ਨਹੀਂ ਕੀਤਾ ਜਾਂਦਾ, ਉਹ ਘਰ ਨਾ ਸਮਝਿਓ, ਉਹ ਤਾਂ ਕਹਿੰਦੇ ਸ਼ਮਸ਼ਾਨ ਘਾਟ ਹੀ ਹੈ ਇੱਕ ਤਰ੍ਹਾਂ ਦਾ। ਤੇ ਉੱਥੇ ਬਸਣ ਵਾਲੇ ਵੀ ਭੂਤ। ਹੁਣ ਇਹ ਘਰ ਆ ਨਹੀਂ ਵੀ ਇੱਟਾਂ ਦਾ ਘਰ, ਇਹ ਹਿਰਦੇ ਰੂਪੀ, ਸਰੀਰ ਰੂਪੀ ਘਰ ਦੀ ਗੱਲ ਕੀਤੀ ਹੈ। ਆਪਣੇ ਆਪ ਨੂੰ ਸਮਝਾਉਣਾ, ਮੈਂ ਵੀ ਵਿੱਚੋਂ ਹੀ ਹਾਂ, ਇਕੱਲੇ ਤੁਹਾਡੇ ਵਾਸਤੇ ਨਹੀਂ ਹੈ ਵਿਚਾਰਾ। ਵਿਚਾਰ ਗੁਰੂ ਸਾਹਿਬ ਦੀ ਹੈ, ਮੰਨਣੀ ਆਪਾਂ ਸਾਰਿਆਂ ਨੇ ਹੈ ਗੁਰਮੁਖੋ। ਇਹ ਇਕੱਲਾ ਇਹ ਨਹੀਂ ਵੀ ਤੁਹਾਨੂੰ ਹੀ ਸਮਝਾਉਂਦੇ ਆ, ਆਪਣੇ ਮਨ ਨੂੰ ਸਮਝਾਉਣਾ ਤੁਸੀਂ ਵੀ ਤੇ ਅਸੀਂ ਵੀ। ਉਹ ਮਨਾ ਸ਼ੈਤਾਨ ਬਣ ਕੇ ਜੀ ਲਿਆ, ਇਨਸਾਨ ਬਣ ਕੇ ਦੇਖ ਲੈ। ਸ਼ੈਤਾਨ ਬਣ ਕੇ ਜੀ ਲਿਆ, ਇਨਸਾਨ ਬਣ ਕੇ ਦੇਖ ਲੈ। ਇਨਸਾਨ ਬਣ ਕੇ ਦੇਖ ਲੈ, ਸ਼ੈਤਾਨ ਬਣ ਕੇ ਜੀ ਲਿਆ, ਇਨਸਾਨ ਬਣ ਕੇ ਦੇਖ ਲੈ।
शैतान बन के जी लिया, इंसान बन के देख ले। शैतान बन के जी लिया, इंसान बन के देख ले। इंसान बन के देख ले, शैतान बन के जी लिया, इंसान बन के देख ले। शैतान बन के बड़ा ज्यों लिया, किते भगवान बन के भी देख। जे भगवान नहीं बन सकता, चंगा इंसान ही बन जा। इंसान चंगा कौन हुंदा है? जिहड़ा इंसानीयत दे फर्जां नूं पछाणे। देखो, जातां गोत धर्म ये बाद दीयां गल्लां ने। सब तो पहला फर्ज है इंसान दा लोड़वंद दी मदद करनी। जिन्हां ने कीती वो सत्कार पा गए, ते जेड़े भाई लुटण ते हो गए वो फिटकार पा गए। लो हुण सुरती करियो एकागर, संसार दी विचार नूं संकोच के आपां निरंकार दी विचार शुरू करिए। असीं कोशिश करांगे तुहाडा जिहड़ा मन है ये कुछ समा गुरु वाले पासे जुड़े, प्रेम सत्कार नाल नेत्र बंद करके सुरत जोड़ के बैठे हो। सुरती द्वारा दर्शन करने हुंदे है। मेरे सतगुरु हरगोबिंद साहिब महाराज इस संसार विच आए, कई थावां ते आए, गुरु नानक साहब भी ने, पर ज़्यादातर गुरमुखो अपना जिहड़ा इलाका है ना बठिंडे दा, फूल महाराज देखो, इत्थे छेवें पातशाह ने बड़ी किरपा की। कई थावां ते चरण पाए ने, पर गुरु साहिबान तो पहला भी इत्थे अनेकां जपी तपी नाम दे रसीए साधु संत महात्मा भी होए गुरमुख। ये मैं बेनती पहले ही कर चुकिया भी धर्म दे राह ते तुरन वाले बिरले वो हुंदे आ जिहड़े सुन के मनदे आ, ते ज़्यादातर वो ने जिन्हां नूं जदों कोई चोट लग जे उदों जुड़दे आ। आखो सतनाम। राजकुमार सिद्धार्थ महात्मा गौतम बुद्ध पढ़ियो जीवन उन्हां दा, चोट लग के जुड़े सी। राजे भरथरी वर्गे जिहड़े बाद विच योगी बने, भरथरी योगी, आ तख्तूपुरे दा इलाका, इत्थे रहिंदे हुंदे सन भरथरी जी। इन्हां दी गुरु नानक साहब नाल गोष्ठी होई गुरमुख। ये भी घरवाली नूं बड़ा प्यार करदे सी, पर जदों पता लग्या ਉਹਦਾ विश्वास किसी होर ते, ऐसे गल्लों टुट के जोगी बन गए सी। आखो सतनाम। होर भी किन्ने होए ने गुरमुखो। इसे तरह जैमल चौधरी होया एक, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਨੀਲਪੁਰ ਪਿੰਡ ਗੁਰਮੁਖ। ਉੱਥੋਂ ਦੇ ਚੌਧਰੀ ਸੀ ਭਾਈ ਜੈਮਲ। ਇਹਨਾਂ ਤੇ ਬੜੀ ਰੱਬ ਦੀ ਕਿਰਪਾ, ਜ਼ਮੀਨ ਜਾਇਦਾਦ ਬਹੁਤ, ਤੇ ਢਾਲੀਵਾਲ ਗੋਤ ਵਿੱਚੋਂ ਹੋਏ ਨੇ। ਉੱਥੇ ਆਪਣਾ ਕਾਰ ਵਿਹਾਰ ਕਰਦੇ। ਇੱਕ ਇਹਨਾਂ ਦਾ ਭਰਾ ਸੀ, ਉਹਦਾ ਨਾਂ ਸੀ ਜੈ ਚੰਦ ਗੁਰਮੁਖ। ਜੈਮਲ ਤੇ ਜੈ ਚੰਦ ਦੋ ਭਰਾ ਸੀ। ਨੀਲਪੁਰ ਪਿੰਡ ਅੰਮ੍ਰਿਤਸਰ ਦਾ। ਜੈਮਲ ਚੌਧਰੀ ਦੇ ਦੋ ਪੁੱਤਰ ਹੋਏ। ਇੱਕ ਦਾ ਨਾਮ ਰੱਖਿਆ ਕਾਲੂ, ਦੂਜੇ ਦਾ ਨਾਮ ਰੱਖਿਆ ਭੀਖਾ ਗੁਰਮੁਖ। ਇੱਥੇ ਬਾਬਾ ਕਾਲੂ ਨਾਥ ਦੀ ਜਗ੍ਹਾ ਤੇ ਆਪਾਂ ਬੈਠੇ ਆ। ਮੈਂ ਇਹੀ ਵਿਚਾਰ ਅੱਜ ਕਰਨੀ ਚਾਹੁੰਦਾ। ਪਰਿਵਾਰ ਨੂੰ ਪਾਲਦੇ ਸੀ, ਸਮਾਂ ਪਾ ਕੇ ਜਿਹੜੇ ਜੈਮਲ ਚੌਧਰੀ ਸੀ ਇਹਨਾਂ ਦੀ ਮੌਤ ਹੋ ਗਈ ਗੁਰਮੁਖ। ਹੁਣ ਜੈਮਲ ਦੇ ਘਰ ਵਾਲੀ ਜਿਹਦਾ ਨਾਮ ਇਤਿਹਾਸ ਵਿੱਚ ਮੋਹਣੀ ਲਿਖਿਆ, ਮੋਹਣੀ ਗੁਰਮੁਖ, ਇਹ ਬਾਬਾ ਕਾਲੂ ਨਾਥ ਦੀ ਜੀ ਮਾਤਾ ਹੈ। ਹੁਣ ਇਹਨਾਂ ਨੇ ਬੱਚਿਆਂ ਨੂੰ ਤਾਂ ਪਾਲਣਾ,
पर ਜਿਹੜਾ ਜੈ ਚੰਦ ਸੀ ਜੈਮਲ ਦਾ ਭਰਾ, ਉਹਦੀ ਨੀਤ ਕਿਤੇ ਗੁਰਮੁਖੋ ਗਲਤ ਹੋ ਗਈ। ਉਹ ਸੋਚਦਾ ਕਿ ਮੇਰੇ ਭਰਾ ਦੀ ਜ਼ਮੀਨ ਜਾਇਦਾਦ ਮੈਨੂੰ ਮਿਲ ਜੇ। ਜ਼ਿਆਦਾਤਰ ਆਹੀ ਰੌਲੇ ਪੈਂਦੇ। ਇਹ ਬੱਚਿਆਂ ਨੂੰ ਤੰਗ ਕਰਨ ਲੱਗ ਗਿਆ ਗੁਰਮੁਖ। ਇਸੇ ਗੱਲੋਂ ਦੁਖੀ ਹੋ ਕੇ ਮਾਤਾ ਮੋਹਣੀ ਨੇ ਕੀ ਕੀਤਾ ਹੈ, ਆਪਣੇ ਬੱਚਿਆਂ ਨੂੰ ਲਿਆ ਨਾਲ, ਇੱਕ ਕਾਲੂ ਇੱਕ ਭੀਖਾ ਗੁਰਮੁਖ, ਇਹ ਦੋਵਾਂ ਨੂੰ ਨਾਲ ਲੈ ਲਿਆ। ਚੀਖਾ ਨਾਮ ਦੱਸਿਆ, ਚੀਖਾ। ਕਾਲੂ ਤੇ ਚੀਖੇ ਨੂੰ ਨਾਲ ਲੈ ਕੇ ਇੱਧਰ ਆਪਣੇ ਮਾਲਵੇ ਵਿੱਚ ਸੰਘਣੇ ਜੰਗਲ ਸੀ, ਇੱਥੇ ਆਪਣਾ ਗੁਜ਼ਾਰਾ ਕਰਨ ਲੱਗ ਗਏ। ਜ਼ਿਲ੍ਹਾ ਬਠਿੰਡਾ, ਨਥਾਣਾ ਪਿੰਡ ਤੁਹਾਨੂੰ ਤਾਂ ਪਤਾ ਹੀ ਹੈ। ਇੱਥੇ ਇੱਕ ਜੰਡ ਸੀ ਬਹੁਤ ਵੱਡਾ, ਤੇ ਜੰਡ ਹੇਠਾਂ ਬਾਬੇ ਕਾਲੂ ਨੇ ਫਿਰ ਬਹੁਤ ਭਗਤੀ ਕੀਤੀ ਗੁਰਮੁਖ। ਨਥਾਣੇ ਪਿੰਡ ਆ ਕੇ ਵਸੇਬਾ ਕਰ ਲਿਆ। ਇਤਿਹਾਸ ਵਿੱਚ ਦੱਸਿਆ, ਕਹਿੰਦੇ ਲਗਾਤਾਰ 12 ਸਾਲ ਤਪ ਕੀਤਾ ਗੁਰਮੁਖ। ਇਹ ਕਈ ਮਹਾਤਮਾ ਸੀ। ਉਧਰ ਬਠਿੰਡੇ ਬਾਬਾ ਹਾਜੀ ਰਤਨ ਜੀ ਵਰਗੇ, ਬਾਬਾ ਸੰਤੋਖਾ ਜੀ ਵਰਗੇ, ਬਾਬਾ ਕਾਲੂ ਨਾਥ ਜੀ ਵਰਗੇ, ਇਧਰ ਚੌ ਵਾਲੇ ਬਾਬਾ ਦੂਨਾ ਜੀ, ਇਹ ਵੀ ਪਿਆਰ ਵਾਲੇ ਸਿੱਖ ਹੋਏ ਨੇ। ਤੇ ਜ਼ਿਕਰ ਬਾਬਾ ਕਾਲੂ ਨਾਥ ਜੀ ਦਾ ਚੱਲਦਾ, ਉਦੋਂ ਨਾਮ ਸੀ ਕਾਲੂ। 12 ਸਾਲ ਦੀ ਤਪੱਸਿਆ ਕੀਤੀ, ਬੜਾ ਜਪ ਤਪ, ਧੂਈਆਂ ਤਾਪੇ, ਜਲ ਧਾਰੇ ਕਰੇ, ਰਿਧੀਆਂ ਸਿੱਧੀਆਂ ਆ ਗਈਆਂ ਗੁਰਮੁਖੋ। ਇੰਨੀ ਤਪੱਸਿਆ ਰੱਬ ਦੇ ਦਰ ਤੇ ਪ੍ਰਵਾਨ ਹੋ ਗਈ। ਇੱਕ ਰਾਮਚੰਦ ਬਾਬਾ ਕਾਲੂ ਨਾਥ ਜੀ ਦੇ ਕੋਲੇ ਆਉਂਦਾ ਹੈ, ਕਹਿੰਦਾ ਜੀ ਤੁਹਾਡੇ ਕੋਲੇ ਮੈਂ ਸੁਣਿਆ ਸ਼ਕਤੀ ਬਹੁਤ ਹੈ, ਮੈਂ ਗੰਗਾ ਦੇ ਦਰਸ਼ਨ ਕਰਨ ਜਾਣਾ। ਕਾਲੂ ਨਾਥ ਜੀ ਕਹਿੰਦੇ ਗੰਗਾ ਤੇ ਜਾਣ ਦੀ ਕੀ ਲੋੜ ਹੈ, ਤੈਨੂੰ ਇੱਥੇ ਹੀ ਗੰਗਾ ਦਿਖਾ ਦਿੰਦੇ ਆ। ਇੱਥੇ ਫਿਰ ਬਾਬਾ ਕਾਲੂ ਨਾਥ ਜੀ ਨੇ ਗੰਗਾ ਪ੍ਰਗਟ ਕਰਕੇ ਦਿਖਾਈ ਰਾਮਚੰਦ ਨੂੰ। ਆਖੋ ਸਤਨਾਮ ਵਾਹਿਗੁਰੂ। ਰਾਮਚੰਦ ਨੂੰ ਗੰਗਾ ਪ੍ਰਗਟ ਇੱਥੇ ਹੀ ਕਰਤੀ ਗੁਰਮੁਖ। ਬੜੀ ਤਪੱਸਿਆ, ਸਾਧਨਾ ਬੜੀ, ਤੇ ਆਲੇ ਦੁਆਲੇ ਸਤਕਾਰ ਵੀ ਬੜਾ ਮਿਲਦਾ। ਦੂਰੋਂ ਦੂਰੋਂ ਸੰਗਤ ਆਉਂਦੀ, ਬਾਬੇ ਕਾਲੂ ਕੋਲੇ ਜਾਂਦੇ ਆ। ਉਦੋਂ ਨਾਥ ਨਹੀਂ ਸੀ ਕਹਿੰਦਾ ਕੋਈ। ਇਹ ਨਾਥ ਕਿਵੇਂ ਬਣੇ ਉਹ ਵੀ ਦੱਸਣਾ ਤੁਹਾਨੂੰ। ਕਹਿੰਦੇ ਚੱਲੋ ਜੀ ਬਾਬੇ ਕਾਲੂ ਕੋਲੇ ਚੱਲਦੇ ਆ। ਕਈ ਦੁਖੀ ਆਉਂਦੇ, ਕੋਈ ਕਿਵੇਂ, ਉੱਥੋਂ ਸਾਡਾ ਭਲਾ ਹੋ ਜੇ। ਤੇ ਗੁਰਮੁਖੋ ਸਮਾਂ ਲੰਘਦਾ ਗਿਆ। ਪੂਜਾ ਪ੍ਰਤਿਸ਼ਠਾ ਤਾਂ ਬਹੁਤ, ਸ਼ਕਤੀਆਂ ਬੜੀਆਂ, ਰਿਧੀਆਂ ਸਿੱਧੀਆਂ ਬੜੀਆਂ, ਤੇ ਨਾਲ ਨਾਲ ਗਊਆਂ ਰੱਖਦੇ, ਗਊਆਂ ਨੂੰ ਚਾਰਦੇ, ਦੁੱਧ ਆਦਿਕ ਆਪ ਵੀ ਛਕਦੇ, ਤੇ ਆਈ ਗਈ ਸੰਗਤ ਨੂੰ ਵੀ ਛਕਾਉਂਦੇ। ਇੱਕ ਦੋ ਸੇਵਕ ਸੀਗੇ ਨਾਲ। ਤੇ ਕੁਦਰਤੋਂ ਸਮਾਂ ਪਾ ਕੇ ਗੁਰਮੁਖੋ 1634 ਈਸਵੀ ਦਾ ਜ਼ਿਕਰ ਹੈ। ਉਦੋਂ 6ਵੇਂ ਪਾਤਸ਼ਾਹ ਇੱਧਰ ਆਏ ਨੇ ਆਪਣੇ ਇਲਾਕੇ ਵਿੱਚ। ਐਡੀ ਪੂਜਾ ਪ੍ਰਤਿਸ਼ਠਾ, ਕਹਿੰਦੇ ਸ਼ਾਹਜਹਾਨ ਜਿਹੜਾ ਬਾਦਸ਼ਾਹ ਸੀ ਨਾ, ਉਹਨੇ ਵੀ ਬਾਬੇ ਕਾਲੂ ਨਾਥ ਦੀ ਮਹਿਮਾ ਸੁਣੀ। ਉਦੋਂ ਇਸ ਆਪਣੇ ਇਲਾਕੇ ਦੇ ਵਿੱਚ ਜ਼ਿਆਦਾਤਰ ਜ਼ੋਰ ਭੁੱਲਰਾਂ ਤੇ ਮਾਨਾਂ ਦਾ ਹੁੰਦਾ ਸੀ ਗੁਰੂ। ਮੈਂ ਪਹਿਲੀ ਮਾਫੀ ਮੰਗ ਲਾਂ, ਬੁਰਾ ਤਾਂ ਮਨਾਇਓ ਨਾ, ਕਿਉਂਕਿ ਸੰਗਤ ਹੈ, ਹੋ ਸਕਦਾ ਕੋਈ ਭੁੱਲਰ ਬੈਠਾ ਹੋਵੇ, ਕੋਈ ਮਾਨ ਬੈਠਾ ਹੋਵੇ। ਹੁਣ ਤਾਂ ਉਹ ਲੜਾਈਆਂ ਵੀ ਨਹੀਂ ਰਹੀਆਂ, ਆਪਾਂ ਪਿਆਰ ਨਾਲ ਜਿਉਂਦੇ ਆ। ਪਰ ਇਹ ਉਦੋਂ ਦਾ ਜ਼ਿਕਰ ਹੈ। ਜੇ ਗੱਲ ਨਹੀਂ ਦੱਸਾਂਗੇ ਫਿਰ ਇਤਿਹਾਸ ਨਹੀਂ ਬਣਨਾ ਗੁਰਮੁਖੋ। ਉਦੋਂ ਰੌਲਾ ਬੜਾ ਸੀ, ਭੁੱਲਰ ਤੇ ਮਾਨਾਂ ਦਾ ਜ਼ੋਰ ਸੀ। ਤੇ ਗੁਰਮੁਖ ਪਿਆਰਿਓ, ਮਾਨ ਸੀ ਜਿਹੜੇ, ਇਹ ਬਾਬਾ ਕਾਲੂ ਨਾਥ ਜੀ ਤੋਂ ਥੋੜੀ ਜਿਹੀ ਉਦੋਂ ਖਾਰ ਵੀ ਖਾਂਦੇ ਸੀ। ਸ਼ਾਹਜਹਾਨ ਨੇ ਕੀ ਕੀਤਾ ਹੈ, ਬਾਦਸ਼ਾਹ, ਉਹਨੇ ਬਹੁਤ ਸਾਰੀ ਜ਼ਮੀਨ ਇੱਕ ਪਟਾ ਬਾਬੇ ਕਾਲੂ ਨਾਥ ਨੂੰ ਲਿਖਤਾ ਗੁਰੂ। ਹੁਣ ਇਹ ਨਹੀਂ ਸੀ ਚਾਹੁੰਦੇ ਵੀ ਸਾਡੀ ਜ਼ਮੀਨ ਅਸੀਂ ਕਾਬਜ ਰਹੀਏ ਇੱਥੇ ਤੇ ਕੋਈ ਹੋਰ ਆ ਕੇ ਵਸੇ। ਖਾਰ ਖਾਂਦੇ ਸੀ ਥੋੜੀ ਬਹੁਤੀ।
ਤੇ ਉਧਰੋਂ ਕਿਤੇ ਕੁਦਰਤੋਂ ਚਲਦੇ ਚਲਦੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭੁੱਲਰਾਂ ਦੀ ਮਾੜੀ ਤੇ ਆ ਗਏ। ਇੱਥੇ ਆਏ ਸੀ ਪਹਿਲਾਂ, ਇੱਥੇ ਮੇਲਾ ਭਰਦਾ ਸੀ। ਲਾਲਾ ਕੌੜਾ ਗੁਰਮੁਖ, ਕੌੜਿਆਂ ਵਾਲਾ ਕੋਟੜਾ, ਇੱਥੋਂ ਗਏ। ਸੰਗਤ ਬਹੁਤ, ਮੇਲੇ ਤੇ ਭੁੱਲਰਾਂ ਦੀ ਮਾੜੀ ਤੇ ਮੇਲਾ ਭਰਿਆ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਮੇਲੇ ਤੇ ਆ ਗਏ। ਇਹਨਾਂ ਨੂੰ ਪੁੱਛਿਆ ਵੀ ਤੁਸੀਂ ਇਸ ਮੇਲੇ ਤੇ ਪੂਜਾ ਕਿਹਦੀ ਕਰਦੇ ਹੋ? ਕਹਿੰਦੇ ਜੀ ਸਾਡੇ ਵੱਡੇ ਵਡੇਰਿਆਂ ਦੀ। ਸਤਿਗੁਰ ਕਹਿੰਦੇ ਜਿਹਨੂੰ ਪੂਜਦੇ ਹੋ ਤੁਹਾਨੂੰ ਪਤਾ ਉਹ ਮਰ ਕੇ ਕੀ ਬਣਿਆ? ਕਹਿੰਦੇ ਜੀ ਇਹ ਤਾਂ ਕੀ ਪਤਾ ਲੱਗੇ ਸਾਨੂੰ। ਸਤਿਗੁਰ ਕਹਿੰਦੇ ਅਸੀਂ ਦਿਖਾਉਂਦੇ ਹਾਂ। ਲਾਲੇ ਕੌੜੇ ਦਾ ਸਿਰ ਫੜਿਆ ਮਹਾਰਾਜ ਨੇ, ਆਪਣੀ ਛਾਤੀ ਨੂੰ ਲਾ ਲਿਆ, ਕਪਾਟ ਖੁੱਲ ਗਏ। ਫੇਰ ਇਹਨੂੰ ਪਤਾ ਲੱਗਿਆ ਕਿ ਜਿਹੜੇ ਅਸੀਂ ਆਪਣੇ ਵੱਡੇ ਵਡੇਰੇ ਨੂੰ ਪੂਜਦੇ ਆ ਉਹ ਤਾਂ ਮਰ ਕੇ ਕਾਂ ਬਣਿਆ, ਉਹ ਸਾਹਮਣੇ ਟਾਹਣੀ ਤੇ ਬੈਠਾ। ਇਹ ਹੁਣ ਮੇਲੇ ਤੇ ਖੀਰ, ਪੂੜੇ, ਲੱਡੂ, ਜਲੇਬੀਆਂ, ਤਰ੍ਹਾਂ ਤਰ੍ਹਾਂ ਦੇ ਪਦਾਰਥ ਚੜਾਉਂਦੇ ਸੀ। ਤੇ ਤੁਹਾਨੂੰ ਪਤਾ ਫਿਰ ਉੱਥੋਂ ਕਾਮਾਂ ਕੁੱਤਿਆਂ ਨੂੰ ਕੌਣ ਆਉਣ ਦਿੰਦਾ ਨੇੜੇ ਗੁਰਮੁਖੋ। ਮਹਾਰਾਜ ਕਹਿੰਦੇ ਉਹ ਤਾਂ ਬਣਿਆ ਬੈਠਾ ਕਾਂ, ਤੁਸੀਂ ਇੱਥੇ ਚੜਾਉਂਦੇ ਹੋ ਤਰ੍ਹਾਂ ਤਰ੍ਹਾਂ ਦੇ ਪਦਾਰਥ, ਉਹਨੂੰ ਤਾਂ ਨੇੜੇ ਵੀ ਨਹੀਂ ਆਉਣ ਦਿੰਦੇ। ਸਤਿਗੁਰ ਕਹਿੰਦੇ ਇਹਨੂੰ ਛੱਡੋ, ਇਹੀ ਅੰਨ ਪਾਣੀ ਇੱਥੇ ਰੋਲਣ ਦੀ ਬਜਾਏ ਕਿਸੇ ਨੂੰ ਛਕਾ ਦਿਓ, ਭੁੱਖੇ ਦਾ ਢਿੱਡ ਭਰ ਜੇ। ਆਖੋ ਸਤਿਨਾਮ ਵਾਹਿਗੁਰੂ। ਏਦਾਂ ਨਾ ਰੋਲੋ ਕਹਿੰਦੇ। ਇਸ ਤਰ੍ਹਾਂ ਦਾ ਉਪਦੇਸ਼ ਦਿੱਤਾ। ਉਦੋਂ ਭੁੱਲਰ ਵੀ ਤੇ ਮਾਨ ਵੀ ਸਤਿਗੁਰ ਜੀ ਦੇ ਸ਼ਰਨ ਵਿੱਚ ਆਏ। ਪਰ ਹੋਇਆ ਕਿ ਉਧਰੋਂ ਰਾਜਸਥਾਨ ਵੱਲੋਂ ਉਜਾੜੇ ਹੋਏ ਸਿੱਧੂ ਗੋਤ ਬਹੁਤ ਪੁਰਾਣਾ ਹੈ। ਇਹ ਵੀ ਕਿਤੇ ਚੱਲਦੇ ਚੱਲਦੇ ਸਤਿਗੁਰ ਹਰਗੋਬਿੰਦ ਸਾਹਿਬ ਦੀ ਸ਼ਰਨ ਵਿੱਚ ਆ ਗਏ। ਆ ਕੇ ਉਹਨਾਂ ਨੇ ਵੀ ਸੇਵਾ ਕੀਤੀ। ਸਤਿਗੁਰ ਦੇ ਘੋੜਿਆਂ ਨੂੰ ਚੰਗਾ ਚੰਗਾ ਘਾਹ ਖੋਤ ਕੇ ਪਾਇਆ ਕਰਨ, ਗੁਰੂ ਸਾਹਿਬ ਦੀ ਸੇਵਾ ਕਰਨ। ਤੇ ਇੱਕ ਦਿਨ ਮਹਾਰਾਜ ਕਹਿੰਦੇ ਕੁਛ ਮੰਗੋ। ਉਹ ਕਹਿੰਦੇ ਜੀ ਕਿਰਪਾ ਕਰ ਦਿਓ, ਅਸੀਂ ਜੰਗਾਂ ਯੁੱਧਾਂ ਦੇ ਵਿੱਚ ਬਹੁਤ ਨੁਕਸਾਨ ਝੱਲਿਆ, ਪਿੱਛੋਂ ਵੀ ਰਾਜਸਥਾਨ ਤੋਂ ਉਜਾੜੇ ਹੋਏ ਆਏ ਆ, ਸਾਡੇ ਵੀ ਕਿਤੇ ਪੈਰ ਲੱਗ ਜਾਣ, ਸਾਡਾ ਕੋਈ ਨਗਰ ਵਸ ਜੇ। ਮਹਾਰਾਜ ਕਹਿੰਦੇ ਇੰਨੀ ਜਗ੍ਹਾ ਪਈ ਆ ਵਾਧੂ, ਜਿੱਥੇ ਮਰਜੀ ਨਗਰ ਵਸਾ ਲਓ। ਕਹਿੰਦੇ ਜੀ ਜੇ ਅਸੀਂ ਵਸਾਉਨੇ ਆ ਭੁੱਲਰ ਮਾਨ ਸਾਨੂੰ ਵਸਣ ਹੀ ਨਹੀਂ ਦਿੰਦੇ। ਸਤਿਗੁਰ ਕਹਿੰਦੇ ਚੰਗਾ ਐਂ ਕਰੋ, ਇਹਨਾਂ ਨਾਲ ਆਪਾਂ ਗੱਲ ਕਰ ਲੈਂਦੇ ਹਾਂ। ਮਹਾਰਾਜ ਜੀ ਨੇ ਭੁੱਲਰਾਂ ਤੇ ਮਾਨਾਂ ਦੇ ਮੁਖੀਆਂ ਨੂੰ ਬੁਲਾਇਆ। ਕਹਿੰਦੇ ਭਾਈ ਸਿੱਧੂਆਂ ਨੂੰ ਪਿੰਡ ਵਸਾਉਣਾ ਹੈ, ਥੋੜੀ ਬਹੁਤੀ ਜਗ੍ਹਾ ਦੇ ਦਿਓ, ਚਲੋ ਇਹ ਵੀ ਆਪਣੇ ਘਰ-ਬਾਰ ਵਸਾ ਕੇ ਬਹਿ ਜਾਣਗੇ। ਉਹਨਾਂ ਨੇ ਫਿਰ ਜਵਾਬ ਦੇਤਾ ਸਤਿਗੁਰ ਨੂੰ। ਕਹਿੰਦੇ ਜੀ ਸਾਡੇ ਸ਼ਰੀਕਾਂ ਨੂੰ ਸਾਡੇ ਸਿਰ ਤੇ ਨਾ ਬਿਠਾਓ, ਕਹਿੰਦੇ ਇਹ ਨਹੀਂ ਅਸੀਂ ਕਰ ਸਕਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੇਖਿਆ, ਉਹਨਾਂ ਨੂੰ ਕਿਹਾ ਵੀ ਭਾਈ ਇਹ ਮੰਨਦੇ ਤਾਂ ਹੈ ਨਹੀਂ। ਸਿੱਧੂ ਕਹਿੰਦੇ ਜੀ ਜਦੋਂ ਸਾਡੀਆਂ ਬੀਬੀਆਂ ਪਾਣੀ ਵਗੈਰਾ ਲੈਣ ਜਾਂਦੀਆਂ ਸਾਨੂੰ ਬਹੁਤ ਦੁੱਖ ਦਿੰਦੇ ਐ। ਸਤਿਗੁਰੂ ਕਹਿੰਦੇ ਚੰਗਾ ਭਾਈ ਤੁਸੀਂ ਹੁਣ ਤੱਕੀ ਆ ਗੁਰੂ ਘਰ ਦੀ ਸ਼ਰਨ। ਇਹ ਦੁਆਰਾ ਸਤਿਗੁਰ ਨਾਨਕ ਦਾ ਇੱਥੇ ਭਾਗ ਜਗਾਏ ਜਾਂਦੇ ਨੇ। ਜਿਹੜੇ ਸ਼ਰਧਾ ਰੱਖ ਕੇ ਆਉਂਦੇ ਨੇ ਸੱਚਖੰਡ 'ਚ ਪਹੁੰਚਾਏ ਜਾਂਦੇ ਨੇ। ਦੁਨੀਆ ਦੇ ਸਤਾਏ ਲੋਕ ਇੱਥੇ ਸਭ ਚਰਨੀ ਲਾਏ ਜਾਂਦੇ ਨੇ। ਤੁਹਾਡੇ ਕਹਿੰਦੇ ਅਸੀਂ ਨਾਲ ਆ, ਇੱਥੋਂ ਤੁਰ ਜਾਓ। ਜੇ ਨਹੀਂ ਨਾ ਮੰਨਦੇ ਕੋਈ ਨਹੀਂ, ਇੱਥੋਂ ਤੁਰ ਜਾਓ। ਜਿੱਥੇ ਜਾ ਕੇ ਤੁਹਾਨੂੰ ਰਾਤ ਪੈ ਜੇ ਉੱਥੇ ਮੋਢੀ ਗੱਡ ਲਿਓ, ਤੁਹਾਡਾ ਨਗਰ ਵਸਾ ਲਓ। ਆਖੋ ਸਤਿਨਾਮ ਵਾਹਿਗੁਰੂ। ਤੇ ਗੁਰਮੁਖ ਪਿਆਰਿਓ, ਇਹ ਫਿਰ ਸਿੱਧੂ ਇੱਥੋਂ ਤੁਰੇ। ਔਰ ਜਿਹੜਾ ਮਹਾਰਾਜ ਪਿੰਡ ਵਸਿਆ ਉੱਥੇ ਜਾ ਕੇ ਰਾਤ ਪੈ ਗਈ। ਉਹਨਾਂ ਨੇ ਗੁਰਮੁਖੋ ਮੋਢੀ ਆਉਂਦੀ ਕਰਕੇ ਵਾੜ ਮੋਢੀ ਗੱਡ ਲਈ ਵੀ ਅਸੀਂ ਪਿੰਡ ਵਸਾਵਾਂਗੇ। ਪਰ ਉਸ ਵੇਲੇ ਹੋਇਆ ਕਿ ਲਾਲਾ ਕੌੜਾ ਤੇ ਬਘੇਲਾ ਦੋ ਸੀ। ਇਹ ਗਏ ਤੇ ਜਾ ਕੇ ਗੁਰਮੁਖ ਪਿਆਰਿਓ ਗੱਡੀ ਹੋਈ ਮੋਢੀ ਪਿੰਡ ਵਸਾਉਣ ਵਾਲੀ ਪੱਟ ਕੇ ਖੂਹ 'ਚ ਸਿੱਟਤੀ।
ਉਹ ਫੇਰ ਆ ਗਏ ਮਹਾਰਾਜ ਕੋਲੇ, ਕਹਿੰਦੇ ਜੀ ਇਹਨਾਂ ਨਾਲ ਅਸੀਂ ਲੜ ਤਾਂ ਨਹੀਂ ਸਕਦੇ, ਤੁਹਾਡੇ ਹੁਕਮ ਨਾਲ ਅਸੀਂ ਮੋੜੀ ਗੱਡੀ ਸੀ ਤੇ ਇਹਨਾਂ ਨੇ ਤਾਂ ਪੱਟ ਕੇ ਖੂਹ 'ਚ ਸਿੱਟਤੀ। ਸਤਿਗੁਰ ਹੱਸ ਕੇ ਕਹਿੰਦੇ ਫਿਰ ਤਾਂ ਤੁਹਾਡੀਆਂ ਜੜਾਂ ਪਤਾਲ 'ਚ ਜਾ ਲੱਗੀਆਂ, ਆਖੋ ਸਤਿਨਾਮ ਵਾਹਿਗੁਰੂ। ਤੇ ਗੁਰਮੁਖ ਪਿਆਰਿਓ ਹੁਣ ਨਾ ਡਰੋ, ਕਹਿੰਦੇ ਕੋਈ ਨਹੀਂ ਤੁਸੀਂ ਪਿੰਡ ਵਸਾਓ, ਅਸੀਂ ਤੁਹਾਡੇ ਨਾਲ। ਜਦੋਂ ਇਹ ਗੱਲ ਛੇਵੇਂ ਪਾਤਸ਼ਾਹ ਨੇ ਆਖੀ, ਬਚਨ ਕੀਤਾ, ਉਦੋਂ ਫਿਰ ਜਿਹੜੇ ਭੁੱਲਰ ਤੇ ਮਾਨ ਸੀ ਨਾ, ਇਹ ਸਤਿਗੁਰ ਨੂੰ ਕਹਿੰਦੇ ਜੀ ਜਿੰਨਾ ਮਰਜੀ ਜ਼ੋਰ ਲਾ ਲਓ ਅਸੀਂ ਇਹਨਾਂ ਨੂੰ ਵਸਣ ਨਹੀਂ ਦੇਣਾ। ਉੱਥੋਂ ਫਿਰ ਕੰਮ ਵਿਗੜ ਗਿਆ। ਹੁਣ ਸਿੱਧੂਆਂ ਦੇ ਪੱਖ 'ਚ ਗੁਰੂ ਸਾਹਿਬ ਖੜ ਗਏ। ਭੁੱਲਰ ਮਾਨਸੀ ਜਿਹੜੇ, ਇਹਨਾਂ ਦਾ ਗੁਰਮੁਖੋ ਇਕੱਠ ਹੋਇਆ। ਫਿਰ ਇਹਨਾਂ ਨੇ ਵਿਚਾਰ ਕੀਤੀ ਵੀ ਹੁਣ ਆਪਾਂ ਕੀ ਕਰੀਏ। ਜਿਹਨੂੰ ਆਪਾਂ ਕਹਿੰਦੇ ਆ ਨਾ ਜੈਦ ਪੁਰਾਣਾ, ਇਹ ਪੁਰਾਣਾ ਨਹੀਂ ਸੀ, ਅਸਲ ਵਿੱਚ ਇਹ ਸੀ ਜੈਦ ਪ੍ਰਾਹੁਣਾ। ਹੈ ਤਾਂ ਸੀ ਗੁਰਮੁਖ ਪਿਆਰਿਓ ਸਿੱਧੂ ਇਹ ਵੀ, ਪਰ ਇਹ ਵਿਆਹਿਆ ਸੀ ਭੁੱਲਰਾਂ ਦੇ, ਆਖੋ ਸਤਿਨਾਮ ਵਾਹਿਗੁਰੂ। ਇਹਨਾਂ ਨੇ ਫਿਰ ਉਹਨੂੰ ਜਾ ਕੇ ਕਿਹਾ ਵੀ ਸਾਡੀ ਜ਼ਮੀਨ ਤੇ ਆ ਸਿੱਧੂ ਕਰਦੇ ਨੇ ਕਬਜ਼ਾ, ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੀ ਕਰਦੇ ਆ ਮਦਦ, ਤੂੰ ਸਾਡੇ ਨਾਲ ਖੜ। ਉਹਨੂੰ ਗੁਰਮੁਖ ਪਿਆਰਿਓ ਹਵਾ ਪਾਣੀ ਤੇ ਅੱਗ ਦਾ ਵਰ ਸੀ, ਉਹ ਛੇਤੀ ਜਿੱਤਿਆ ਨਹੀਂ ਸੀ ਜਾਂਦਾ। ਇਹ ਫਿਰ ਜੈਦ ਪੁਰਾਣਾ ਸੀ ਨਾ ਜਿਹੜਾ, ਇਹ ਉਧਰੋਂ ਚੱਲਿਆ ਭੂਖੜੀ ਨਗਰ ਵੱਲੀਓ, ਜਿੱਧਰੋਂ ਹਰਰਾਏਪੁਰ ਵਸਿਆ। ਢੋਲ ਨਗਾਰੇ ਵਜਾਉਂਦੇ ਹੋਏ ਆਪਣੀਆਂ ਫੌਜਾਂ ਲੈ ਕੇ ਆ ਰਿਹਾ, ਮਾਹੌਲ ਬਣ ਗਿਆ ਜੰਗ ਦਾ ਗੁਰਮੁਖੋ। ਇੱਧਰ ਹੁਣ ਗੁਰੂ ਸਾਹਿਬ ਦੀ ਫੌਜ, ਤੇ ਆਉਂਦਿਆਂ ਆਉਂਦਿਆਂ ਨਥਾਣੇ ਕੋਲੇ ਆ ਕੇ ਬਾਬਾ ਕਾਲੂ ਨਾਥ ਜੀ ਨਾਲ ਮੇਲ ਹੋ ਗਿਆ। ਜ਼ਿਕਰ ਬਾਬਾ ਕਾਲੂ ਨਾਥ ਦਾ ਹੀ ਕਰਨਾ, ਹੁਣ ਖਿਆਲ ਕਰਿਓ। ਕਾਲੂ ਨਾਥ ਜੀ ਮਹਾਤਮਾ ਜੀ ਪੁੱਛਦੇ ਐ, ਕਹਿੰਦੇ ਜੈਦਾ ਕਿੱਧਰ ਚੱਲਿਆ? ਕਿਉਂ ਅੱਗੇ ਮਹਾਤਮਾ ਸਿੱਧਾ ਹੀ ਬੋਲਦੇ, ਤੁਹਾਨੂੰ ਪਤਾ ਹੈ। ਕਹਿੰਦੇ ਜੈਦਾ ਕਿੱਧਰ ਚੱਲਿਆ? ਕਹਿੰਦਾ ਜੀ ਮੇਰੇ ਸਹੁਰਿਆਂ ਦੀ ਜ਼ਮੀਨ ਤੇ ਕੋਈ ਕਬਜ਼ਾ ਕਰਦਾ, ਮੈਂ ਉਹਨਾਂ ਨੂੰ ਜਾ ਕੇ ਭਜਾਉਣਾ ਹੈ, ਉੱਥੋਂ ਸਿੱਧੂ ਕਬਜ਼ਾ ਕਰਦੇ। ਬਾਬਾ ਕਾਲੂ ਨਾਥ ਜੀ ਕਹਿੰਦੇ ਤੂੰ ਨਾ ਜਾ, ਚੰਗਾ ਰਹੇਗਾ। ਕਹਿੰਦਾ ਨਾ ਜੀ ਜਾਊਂਗਾ, ਮੇਰੇ ਬਲੀ ਹੋਣ ਦਾ ਕੀ ਫਾਇਦਾ ਜੇ ਸਹੁਰਿਆਂ ਦੀ ਸਹਾਇਤਾ ਨਾ ਕਰ ਸਕਿਆ। ਬਾਬਾ ਕਾਲੂ ਨਾਥ ਜੀ ਕਹਿੰਦੇ ਜਿਹਦੇ ਨਾਲ ਤੂੰ ਲੜਨ ਜਾਂਦਾ ਹੈ ਉਹਨਾਂ ਦੀ ਮਦਦ ਛੇਵੇਂ ਪਾਤਸ਼ਾਹ ਕਰ ਰਹੇ ਆ। ਕਹਿੰਦੇ ਛੇਵੇਂ ਪਾਤਸ਼ਾਹ ਉਹਨਾਂ ਦੇ ਨਾਲ ਨੇ, ਉਹ ਤਾਂ ਬਹੁਤ ਬਲਵਾਨ ਨੇ, ਆਪ ਰੱਬ ਹੈ, ਤੂੰ ਉਹਨਾਂ ਨਾਲ ਮੱਥਾ ਨਾ ਲਾ। ਜਿਹੜਾ ਜੈਦ ਪੁਰਾਣਾ ਸੀ ਇਹ ਬਾਬਾ ਕਾਲੂ ਨਾਥ ਜੀ ਦੇ ਗਲ ਪੈ ਗਿਆ। ਗੁਰੂ ਕਹਿੰਦਾ ਸਾਧਾ ਖਿਮਾ ਕਰਿਓ, ਬੋਲ ਬੋਲਣੇ ਪੈਣੇ ਐ। ਕਿਉਂ ਹੰਕਾਰ ਸੀ ਉਹਨੂੰ, ਇਹ ਮੇਰੇ ਨਹੀਂ ਉਹਦੇ ਐ, ਮਾਫ ਕਰਿਓ। ਕਹਿੰਦਾ ਸਾਧਾ ਸਾਡੇ ਪਿੰਡਾਂ ਚੋਂ ਮੰਗ ਮੰਗ ਖਾ ਕੇ ਤੇ ਸਾਡਾ ਹੌਸਲਾ ਤਾਂ ਕੀ ਵਧਾਉਣਾ ਸੀ, ਮੇਰਾ ਮਨੋਬਲ ਡੇਗਦਾ ਤੂੰ। ਕਹਿੰਦਾ ਮੈਂ ਜਾਨਾ। ਬਾਬਾ ਕਾਲੂ ਨਾਥ ਜੀ ਕਹਿੰਦੇ ਨਾ ਜਾ, ਹਾਰ ਜਾਏਗਾ। ਕਹਿੰਦਾ ਹਾਰਨ ਦੀ ਗੱਲ ਛੱਡ, ਪਹਿਲਾਂ ਤਾਂ ਮਾਰੂ ਜਿਹਨੂੰ ਤੂੰ ਗੁਰੂ ਕਹਿਣਾ। ਕਹਿੰਦਾ ਛੇਵੇਂ ਪਾਤਸ਼ਾਹ ਨੂੰ, ਫੇਰ ਦੇਖੂੰ ਤੈਨੂੰ। ਬਾਬੇ ਕਾਲੂ ਨਾਥ ਜੀ ਨੂੰ ਇਹ ਬਚਨ ਬੋਲੇ ਜੈਦ ਨੇ, ਤੇ ਬਾਬਾ ਕਾਲੂ ਨਾਥ ਜੀ ਦੇ ਮੂੰਹੋਂ ਬਚਨ ਨਿਕਲ ਗਿਆ, ਕਹਿੰਦੇ ਮੈਨੂੰ ਤਾਂ ਹੀ ਦੇਖੇਗਾ ਨਾ ਜਿਉਂਦਾ ਮੁੜ ਕੇ ਆਏਗਾ। ਜਾ ਤਾਂ ਸਹੀ, ਮੈਨੇ ਨਾ ਤਾਂ ਹੀ ਦੇਖੇਗਾ ਜੇ ਜਿਉਂਦਾ ਵਾਪਸ ਆਏਗਾ। ਇਹ ਬਾਬਾ ਕਾਲੂ ਨਾਥ ਜੀ ਦੇ ਬਚਨ ਸਨ। ਤੇ ਸਾਧੂ ਬੋਲੇ ਸਹਿਜ ਸੁਭਾਏ, ਸਾਧਕਾ ਕਹਿਆ ਬਿਰਥਾ ਨਾ ਜਾਏ। ਪਹਿਲਾਂ ਹੀ ਆਪਾਂ ਬਚਨ ਪੜ੍ਹਿਆ, ਦੱਦਾ ਆਖੇ ਦੂਰ ਬੜੀ ਮੰਜ਼ਿਲ ਫਕੀਰ ਦੀ ਏ, ਦੁਨੀਆ ਕੀ ਜਾਣੇ ਜਿੱਥੇ ਫਕਰ ਬਰਾਜ ਦੇ। ਸੁਣ ਤੇ ਸਮਾਧੀ ਲੋਕ ਲੱਗੀ ਨਾਲ ਪਰਮਾਤਮਾ ਦੇ, ਲੋਕਾਂ ਨੂੰ ਕੀ ਪਤਾ ਸਾਧੂ ਸੁੱਤੇ ਆ ਕੇ ਜਾਗਦੇ। ਇਹਨੂੰ ਪਤਾ ਹੀ ਨਹੀਂ ਸੀ ਮਹਿਮਾ ਦਾ। ਬਾਬਾ ਕਾਲੂ ਨਾਥ ਜੀ ਨੇ ਰੋਕਿਆ, ਪਰ ਨਾ ਰੁਕਿਆ, ਫੌਜਾਂ ਲੈ ਕੇ ਤੁਰ ਪਿਆ ਇੱਧਰ ਨੂੰ। ਤੇ ਗੁਰਮੁਖ ਪਿਆਰਿਓ ਫਿਰ ਬਾਬਾ ਕਾਲੂ ਜੀ ਨੇ, ਇਹ 5-7 ਮਹਾਤਮਾ ਇਕੱਠੇ ਹੋਏ। ਇਧਰੋਂ ਬਾਬਾ ਸੰਤੋਖੇ ਵਰਗੇ, ਸੰਤੋਖੀ ਦਾਸ ਜੀ,
ਬਾਬਾ ਬੂਲਾ ਜੀ, ਬਾਬਾ ਹਾਜੀ ਰਤਨ ਜੀ, ਬਾਬਾ ਕਾਲੂ ਨਾਥ ਜੀ, ਇਹ 5-7 ਮਹਾਤਮਾ ਇਕੱਠੇ ਹੋਏ। ਇਹਨਾਂ ਨੇ ਰਾਇ ਕੀਤੀ, ਕਹਿੰਦੇ ਛੇਵੇਂ ਸਤਿਗੁਰੂ ਹਰਗੋਬਿੰਦ ਸਾਹਿਬ ਹੱਕ ਸੱਚ ਦੀ ਲੜਾਈ ਲੜਦੇ ਹੈ, ਲੋੜਵੰਦਾਂ ਦੀ ਮਦਦ ਕਰਦੇ ਹੈ, ਤੇ ਆਪਾਂ ਨੂੰ ਵੀ ਜਾ ਕੇ ਸਤਿਗੁਰ ਦਾ ਸਾਥ ਦੇਣਾ ਚਾਹੀਦਾ। ਆਖੋ ਸਤਨਾਮ ਵਾਹਿਗੁਰੂ। ਉਧਰੋਂ ਸ਼ਾਹਜਹਾਨ ਦੀਆਂ ਫੌਜਾਂ ਵੀ ਆ ਰਹੀਆਂ ਸਨ। ਮਹਾਰਾਜ ਵਾਲਾ ਜੰਗ ਵੱਡਾ ਹੋਇਆ ਇੱਥੇ ਬਹੁਤ। ਇਹ ਸੱਚੇ ਮਹਾਤਮਾ ਸੀ। ਜੇ ਤਾਂ ਹੁੰਦੇ ਨਾ ਹੁਣ ਵਾਲਾ ਟਾਈਮ, ਹੁਣ ਸ਼ਾਹਜਹਾਨ ਨੇ ਜ਼ਮੀਨ ਦਿੱਤੀ ਸੀ, ਫਿਰ ਉਹਦੀ ਮਦਦ ਕਰਦੇ ਨਾ। ਜੇ ਜਾਇਦਾਦ ਵੇਖਦੇ ਹੁੰਦੇ, ਇਹ ਨਹੀਂ ਸੀ ਗੁਰਮੁਖੋ। ਕਹਿੰਦੇ ਆਪਾਂ ਗੁਰੂ ਦੀ ਮਦਦ ਕਰਨੀ ਹੈ। ਫਿਰ ਇਹ 5-7 ਮਹਾਤਮਾ ਇਕੱਠੇ ਹੋ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰੂਸਰ ਦੇ ਸਥਾਨ ਤੇ ਮਿਲੇ। ਕਹਿੰਦੇ ਜੀ ਅਸੀਂ ਤੁਹਾਡੀ ਮਦਦ ਕਰਨੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬੜਾ ਸਤਿਕਾਰ ਕੀਤਾ। ਸਤਿਗੁਰ ਕਹਿੰਦੇ ਨਾਥ ਜੀ, ਮਹਾਤਮਾ ਜੀ, ਜੰਗ ਯੁੱਧ ਤੁਸੀਂ ਸਾਡੀ ਕੀ ਮਦਦ ਕਰੋਗੇ? ਇੱਥੇ ਤਾਂ ਲੜਾਈਆਂ ਹੋਣਗੀਆਂ, ਤੋਪਾਂ ਤਲਵਾਰਾਂ ਡੰਗ ਸੋਟੇ ਚੱਲਣਗੇ। ਤੁਹਾਡਾ ਕੰਮ ਹੈ ਭਗਤੀ ਕਰਨੀ। ਕੋਈ ਨਹੀਂ, ਜੰਗ ਯੁੱਧ ਅਸੀਂ ਆਪੇ ਲੜ ਲਾਂਗੇ, ਅਸੀਂ ਥੋਥੋਂ ਬੰਦੇ ਨਹੀਂ ਮਰਵਾਉਣੇ। ਕਹਿੰਦੇ ਇਹ ਸਾਧੂਆਂ ਦਾ ਕੰਮ ਨਹੀਂ ਬੰਦੇ ਮਾਰਨੇ। ਬਾਬਾ ਕਾਲੂ ਨਾਥ ਜੀ ਕਹਿੰਦੇ ਹੁਣ ਅਸੀਂ ਆਏ ਹਾਂ ਜੀ, ਸੁਣਿਆ ਵੀ ਗੁਰੂ ਘਰ ਤੋਂ ਕੋਈ ਖਾਲੀ ਨਹੀਂ ਮੁੜਦਾ, ਸਾਨੂੰ ਸੇਵਾ ਤਾਂ ਦਿਓ ਕੋਈ। ਫਿਰ ਮਹਾਰਾਜ ਛੇਵੇਂ ਪਾਤਸ਼ਾਹ ਫਿਰ ਕਹਿੰਦੇ ਚੰਗਾ ਐਂ ਕਰੋ, ਜੇ ਸੇਵਾ ਹੀ ਕਰਨੀ ਹੈ, ਜੰਗ 'ਚ ਲੜਾਈ ਤਾਂ ਨਹੀਂ ਕਰਾਉਣੀ, ਤੁਸੀਂ ਇਹ ਸਾਧੂ ਰੱਬ ਦਾ ਨਾਮ ਜਪਦੇ ਹੋ, ਆਲੇ ਦੁਆਲੇ ਤੋਂ ਰਸਤ ਬਸਤ ਇਕੱਠੀ ਕਰਕੇ ਲੰਗਰ ਦਾ ਪ੍ਰਬੰਧ ਕਰ ਦਿਓ। ਫਿਰ ਇਹ ਸਾਰੇ ਮਹਾਤਮਾ ਲੰਗਰ ਦੀ ਸੇਵਾ ਸਾਂਭੀ। ਜਦੋਂ ਜਾਂਦੇ ਹੋ ਨਾ ਇੱਧਰ ਰਾਮਪੁਰਾ ਟੱਪ ਕੇ ਕਰਿਆੜ ਵਾਲਾ ਗਿੱਲ ਕਲਾਂ, ਉੱਥੇ ਗੁਰਦੁਆਰਾ ਸਾਹਿਬ ਬਣਿਆ, ਉੱਥੇ ਲੰਗਰ ਤਿਆਰ ਹੁੰਦਾ ਸੀ। ਨਥਾਣੇ ਵਾਲੇ ਇਲਾਕੇ ਚੋਂ ਬਾਬਾ ਕਾਲੂ ਨਾਥ ਜੀ, ਇਧਰੋਂ ਆਪਣੇ ਇਲਾਕੇ ਚੋਂ ਬਾਬਾ ਦੂਨਾ ਜੀ ਚੌ ਵਾਲੇ। ਹੁਣ ਜਦੋਂ ਜਾਂਦੇ ਹੋ ਚੌ, ਉੱਥੇ ਉਸ ਵੇਲੇ ਦੀ ਸਰੂਪ ਮਹਾਤਮਾ ਜੀ ਦਾ ਮਿਲਦਾ ਹੈ। ਕਈ ਵਾਰੀ ਹਨੇਰਾ ਹੋ ਜਾਂਦਾ, ਉਦੋਂ ਕਿਹੜਾ ਆ ਬੈਟਰੀਆਂ ਜਾਂ ਲਾਈਟਾਂ ਹੁੰਦੀਆਂ ਸੀ। ਬਾਬਾ ਦੂਨਾ ਜੀ ਨੇ ਪਤਾ ਕੀ ਕਰਨਾ, ਲੱਕੜ ਦੀ ਸੋਟੀ ਲੈਣੀ ਕੱਛ ਦੇ ਵਿੱਚ, ਮੂਹਰੇ 2 ਸਲਾਂਘਾਂ ਇਸ ਤਰ੍ਹਾਂ ਜੋੜੀਆਂ ਹੁੰਦੀਆਂ, ਉਹਦੇ ਵਿੱਚ ਮਸਾਲ ਪਾ ਕੇ ਨਾ, ਵਿੱਚ ਸਮਾਨ ਪਾ ਕੇ ਉਹਨੂੰ ਅੱਗ ਲਾ ਲੈਂਦੇ। ਫਿਰ ਮੂਹਰੇ ਚਾਨਣ ਹੁੰਦਾ। ਉਸ ਵੇਲੇ ਦੀ ਬੈਟਰੀ ਤਿਆਰ ਕੀਤੀ। ਇਧਰੋਂ ਟੋਕਰੇ ਭਰ ਕੇ ਪ੍ਰਸ਼ਾਦਿਆਂ ਦੇ, ਤੇ ਤੌੜੀਆਂ ਭਰ ਦਾਲਾਂ ਦੀਆਂ, ਘੜੇ ਭਰ ਕੇ ਦੁੱਧ ਦੇ ਲੈ ਕੇ ਜਾਂਦੇ। ਸਾਰਾ ਲੰਗਰ ਗਿੱਲ ਕਲਾਂ ਉੱਥੇ ਤਿਆਰ ਹੁੰਦਾ। ਇੱਕ ਦਿਨ ਕੀ ਹੋਇਆ, ਲੰਗਰ ਲੈ ਕੇ ਜਾ ਰਹੇ ਸੀ ਤੇ ਰਾਹ ਦੇ ਵਿੱਚ ਬਹੁਤ ਵੱਡਾ ਸੱਪ ਗੁਰਮੁਖ ਰਸਤਾ ਰੋਕ ਲਿਆ, ਲੰਘਣ ਹੀ ਨਾ ਦੇਵੇ। ਲੰਗਰ ਲੈ ਕੇ ਗਏ, ਹੋ ਗਏ ਲੇਟ। ਸਤਿਗੁਰ ਕਹਿੰਦੇ ਕੀ ਗੱਲ ਭਾਈ ਅੱਜ ਲੇਟ ਆਏ ਹੋ? ਕਹਿੰਦੇ ਜੀ ਬਹੁਤ ਵੱਡਾ ਸੱਪ ਸੀ, ਉਹਨੇ ਸਾਡਾ ਰਾਹ ਨਹੀਂ ਛੱਡਿਆ। ਸਤਿਗੁਰ ਕਹਿੰਦੇ ਗਿੱਲਾਂ ਵਾਲਿਆਂ ਨੂੰ ਸੱਪ ਕੁਛ ਨਹੀਂ ਕਹਿੰਦਾ। ਬਚਨ ਸੀ ਹੁਣ ਤੱਕ ਵੀ ਦੱਸਿਆ ਵੀ ਪਹਿਲੀ ਗੱਲ ਤਾਂ ਉਸ ਜੂਹ 'ਚ ਸੱਪ ਕਿਸੇ ਦੇ ਲੜਦਾ ਹੀ ਨਹੀਂ, ਜੇ ਲੜ ਜੇ ਤਾਂ ਹੁੰਦਾ ਕੁਛ ਨਹੀਂ। ਗੁਰੂ ਇਸ ਤਰ੍ਹਾਂ ਵੀ ਖੇਡਾਂ ਵਰਤਾਈਆਂ। ਹੁਣ ਇੱਥੇ ਬਾਬਾ ਗੁਰਦਿੱਤਾ ਜੀ ਔਰ ਗੁਰੂ ਕੇ ਪਰਿਵਾਰ ਲੰਗਰ ਪਾਣੀ ਤਿਆਰ ਕਰਕੇ ਲੈ ਕੇ ਜਾਂਦੇ। ਚਲੋ ਗੱਲ ਮੁਕਾਮਾ, ਬਹੁਤ ਭਾਰੀ ਫਿਰ ਯੁੱਧ ਹੋਇਆ ਗੁਰਮੁਖ। ਇਸ ਯੁੱਧ ਦੇ ਵਿੱਚ ਜਿਹੜਾ ਜੈਦ ਪੁਰਾਣਾ ਸੀ ਨਾ ਗੁਰਮੁਖੋ, ਉਹ ਮਾਰਿਆ ਗਿਆ ਬਾਬੇ ਕਾਲੇ ਦੇ ਹੱਥੋਂ। ਬਾਬਾ ਕਾਲਾ ਹਾਲਾਂਕਿ ਮੁਕਾਬਲਾ ਨਹੀਂ ਸੀ ਕਰ ਸਕਦਾ, ਪਰ ਸਤਿਗੁਰ ਛੇਵੇਂ ਪਾਤਸ਼ਾਹ ਕਹਿੰਦੇ ਤੈਥੋਂ ਹੀ ਮਰਵਾਉਣਾ ਇਹਨੂੰ ਮੈਂ। ਉਹ ਕਹਿੰਦਾ ਜੀ ਮੈਂ ਲੜਨਾ ਨਹੀਂ ਚਾਹੁੰਦਾ। ਸਤਿਗੁਰ ਕਹਿੰਦੇ ਆਪਣੇ ਹੱਕਾਂ ਦੀ ਰਾਖੀ ਖਾਤਰ ਕੁਛ ਨਾ ਕੁਛ ਤਾਂ ਕਰਨਾ ਹੀ ਪੈਂਦਾ, ਇਹ ਕੋਈ ਪਾਪ ਨਹੀਂ ਹੈ। ਕਹਿੰਦੇ ਚਲੋ ਜੀ ਇਹੋ ਜਿਹਾ ਯੁੱਧ ਹੋਇਆ। ਕਹਿੰਦੇ ਜੈਦ ਪੁਰਾਣੇ ਨੇ ਵਾਰ ਕੀਤਾ, ਬਾਬੇ ਕਾਲੇ ਨੇ ਢਾਲ ਤੇ ਰੋਕ ਲਿਆ। ਕਹਿੰਦੇ ਢਾਲ ਬਾਬੇ ਕਾਲੇ ਦੇ ਦੰਦਾਂ 'ਚ ਵੱਜੀ, 2 ਦੰਦ ਤੋੜਤੇ। ਬੜਾ ਤਕੜਾ ਯੋਧਾ ਸੀ। ਉਦੋਂ ਬਾਅਦ ਕਿਉਂਕਿ ਉਦੋਂ ਜਿਹੜੇ ਵਾਰ ਸੀ ਨਾ, ਉਹ ਵਾਰੀ ਸਿਰ ਕੀਤੇ ਜਾਂਦੇ ਸੀ। ਪਹਿਲਾਂ ਤੂੰ ਵਾਰ ਕਰ, ਫਿਰ ਮੈਂ ਕਰੂੰ, ਧੋਖਾ ਨਹੀਂ ਸੀ ਹੁੰਦਾ। ਜੈਦ ਪੁਰਾਣੇ ਦਾ ਵਾਰ ਬਾਬੇ ਕਾਲੇ ਨੇ ਲਿਆ ਰੋਕ। ਫਿਰ ਵਾਰੀ ਆਈ ਬਾਬੇ ਕਾਲੇ ਦੀ, ਇਹਦਾ ਦਾ ਭਰ ਗਿਆ ਗੁਰਮੁਖ ਪਿਆਰਿਓ, ਜੈਦ ਪੁਰਾਣਾ ਇਹਨੇ ਮਾਰਤਾ।
आके छेवें पातशाह नूं कहंदा, देखिया सतगुर करते ना डकरे बड़े जैद दे, कहंदा हुम्मे आ गई थोड़ी जी। सतगुर हरगोबिंद साहब हस पे, कहंदे बाबा काला जी तुसीं नहीं सी उहनूं मार सकदे, वो बड़ा तकड़ा योधा सी। आ वेख मैनू लोहे दी ऐरन मूहरे करनी पई, फिर भी ओदी बज्जी होई बरसी ऐरन दे कई टोटे करके तेरी ढाल च वज के फिर भी 2 दंद तोड़ गई तेरे। कहंदे ये मैनू मूहरे ऐरन करनी पई। आ जिथे गुम्मटसर गुरुद्वारा साहिब है ना, वो ऐरन दे टुकड़े हुण भी उस निशानी वजों रखे होए ने गुरु। इत्थे युद्ध होया सी। कहंदे आ देख ऐरन भी तोड़ती बरसी मार के। जदों जैद पुराना मारिया गया, फिर जेड़े भुल्लर सी गुरमुखो इन्हां दा हंकार टुट गया भी जदों वो नहीं छड्डे आपां किहदे विचारे आ। फिर इन्हां दे जेड़े वड्डे वडेरे सी ना, वड्डे वड्डे उदों अक हुंदे सी, इत्थे झाड़ बूट बूइयां, ये अक्कां ओले लुक गए। अक्कां ओले लुक गए जदों सतगुर नूं सिख कहंदे महाराज फिर ला दईए सौदा, वो लुके बैठे है। महाराज कहंदे जेड़ा कोई भज गया ਉਹਦੇ मगर नहीं भजीदा हुंदा। आपां किसे दे मगर नहीं जाना लड़न वास्ते। तां ही हुण तक जेड़े भुल्लर ने ना, ये ना तां अक पट्टण ना अक साड़न। ਉਹਦਾ कारण भी वड्डिਆਂ ने यही दस्सिया भी अक्कां ओले लुक के उदों जान बचाई सी। आखो सतनाम। इस तरह गुरमुख प्यारिओ जंग युद्ध होए, जंग दी होगी समाप्ति। फिर मेरे सतगुर हरगोबिंद साहब महाराज एक सिख नूं कहंदे, सिखा जा पहलां आपां नथाणे चलना। कहंदे उत्थे बाबा कालू नाथ जी उन्हां नूं सुनेहा दे दे असीं आ रहे हैं। क्योंकि जिन्हें जिन्हें मदद की मेरे सतगुर ने भी उन्हां दा मान वधाया। गुरमुखो हक भी बनदा है, ਜਿਹੜਾ दुख सुख ਵਿੱਚ ਸਾਡੇ ਨਾਲ ਖੜਦਾ ਹੈ ਆਪਾਂ ਨੂੰ ਵੀ ਉਹਦੀ ਮਾਣ ਸਤਿਕਾਰ ਰੱਖਣਾ ਚਾਹੀਦਾ। ਫਿਰ ਇੱਥੋਂ ਗੁਰਮੁਖ ਪਿਆਰਿਓ ਸਿੱਖ ਜਾਂਦਾ ਜਾਂਦਾ ਮਨ ਵਿੱਚ ਸੋਚਦਾ ਹੈ, ਕਹਿੰਦਾ ਜੇ ਬਾਬਾ ਕਾਲੂ ਨਾਥ ਸ਼ਕਤੀ ਵਾਲਾ ਹੈ, ਉਹ ਮੈਨੂੰ ਕਹਿੰਦਾ ਗਊ ਦਾ ਦੁੱਧ ਚੋ ਕੇ ਪਿਆਵੇ, ਚਿੱਟੀ ਗਊ ਦਾ। ਮਨ 'ਚ ਸੋਚ ਲਿਆ ਸਿੱਖ ਨੇ। ਤੇ ਜਦੋਂ ਸਿੱਖ ਗਿਆ ਨਥਾਣੇ बाबा कालू नाथ जी का डेरा, कुछ पंछी तुरे फिरदे है, मोर या होर कई जानवर रखे हुए। ते गुरमुख प्यारिओ गऊआं खड़ियां। ते जदों सिख गया बाबा कालू नाथ जी ने इहनूं सत्कार नाल बिठाया भी गुरु का सिख आया। प्रेम अदब नाल बिठाया ते अपने सेवक नूं कहंदे लिया बर्तन। गड़बा सी बड़ा सोहना बाबा कालू नाथ जी कोले। ਉਹਨੂੰ ਧੋ ਕੇ ਮਾਂਜ ਕੇ ਸਮਾਰ ਕੇ ਚਿੱਟੀ ਗਊ ਦਾ ਦੁੱਧ ਚੋਇਆ ਗੁਰਮੁਖ। ਸਿੱਖ ਨੂੰ ਕਹਿੰਦੇ ਸਿੱਖਾ ਦੇਖ ਗਊ ਚਿੱਟੀ ਆ। ਕਹਿੰਦੇ ਇਹ ਸੋਚ ਕੇ ਆਇਆ ਸੀ ਮਨ 'ਚ ਪਹਿਲਾਂ ਹੀ। ਕਹਿੰਦੇ ਆ ਚਿੱਟੀ ਗਊ ਹੈ, ਦੇਖ ਦੁੱਧ ਚੋਣਾ ਮੈਂ। ਦੁੱਧ ਚੋਇਆ ਤੇ ਸਿੱਖ ਨੂੰ ਬਾਟਾ ਭਰ ਕੇ ਦੇਤਾ। ਕਹਿੰਦੇ ਲੈ ਮਨ ਦੀ ਮਨ 'ਚ ਨਾ ਰਹਿ ਜੇ, ਦੁੱਧ ਪੀ ਲੈ। पूरी की ਉਹਦੀ भी भावना। वो फिर जान गया भी ये अंतरजामी महापुरख है कोई। फिर दसिया कहंदा भी मैं तो चलो जेड़ा वचन सोचिया सी तुसी करता पूरा। असल विच मैं सुनेहा लाउण आया भी सतगुर हरगोबिंद साहब आ रहे ने। बाबा कालू नाथ जी नूं चाह चढ़िया। गुरमुख प्यारिओ फिर अपनी संगत नूं बुलाया। कहंदे गुरु साहब आ रहे ने, आओ आपां मूहरे चल के उन्हां दा सत्कार करिए। आखो सतनाम। साध संगत जी, संगत कहंदी कौन आ रहे ने? कहंदे जी गुरु हरगोबिंद साहब। आजो मौका मिलिया, कर्मां नाल मिलदी है सतगुर दी सेवा पाई। कर्मां नाल मिलदी है सतगुर दी सेवा पाई।
ਕਰਦੇ ਨੇ ਭਾਗਾਂ ਵਾਲੇ, ਕਰਦੇ ਨੇ ਭਾਗਾਂ ਵਾਲੇ, ਕਰਦੇ ਨੇ ਭਾਗਾਂ ਵਾਲੇ। ਸੇਵਾ ਮੇਰੇ ਸਤਿਗੁਰ ਦੀ ਕਰਦੇ ਨੇ ਭਾਗਾਂ ਵਾਲੇ, ਸੇਵਾ ਮੇਰੇ ਸਤਿਗੁਰ ਦੀ ਕਰਦੇ ਨੇ ਭਾਗਾਂ ਵਾਲੇ। ਕਰਦੇ ਨੇ ਭਾਗਾਂ ਵਾਲੇ। ਕਹਿੰਦੇ ਕਰਮਾਂ ਵਾਲਿਆਂ ਨੂੰ ਸੇਵਾ ਮਿਲਦੀ ਹੈ। ਫਿਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੜਾ ਸਤਿਕਾਰ ਕੀਤਾ। ਮੇਰੇ ਸਤਿਗੁਰੂ ਸਿੱਖ ਸੰਗਤ ਔਰ ਗੁਰੂ ਕੀ ਫੌਜ ਦੇ ਨਾਲ ਆਏ। ਬਾਬਾ ਵਿਧੀ ਚੰਦ ਜੀ ਮਹਾਂਪੁਰਸ਼ ਉਹ ਵੀ ਨਾਲ ਸਨ, ਤੇ ਗੁਰਮੁਖ ਪਿਆਰਿਓ ਰਾਏ ਯੋਧ ਵਰਗੇ ਹੋਰ ਬੜੇ ਤਕੜੇ ਯੋਧੇ ਸਤਿਗੁਰ ਦੇ ਨਾਲ ਬਾਬਾ ਕਾਲੂ ਨਾਥ ਜੀ ਦੇ ਡੇਰੇ ਗਏ, ਜਿੱਥੇ ਹੁਣ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ ਉਸ ਵੇਲੇ ਦੀ ਯਾਦ ਹੈ। ਆਖੋ ਸਤਿਨਾਮ। ਤੇ ਸਤਿਗੁਰ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਬੜਾ ਸਤਿਕਾਰ ਕੀਤਾ ਹੈ। ਜਲ ਪਾਣੀ ਛਕਾਇਆ, ਲੰਗਰ ਛਕਾਇਆ, ਬਚਨ ਬਿਲਾਸ ਹੋਏ। ਤੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਾ ਬਚਨ ਕਰਦੇ ਹੈ। ਕੋਈ ਆ ਕੇ ਸਿੱਖ ਵਾਹਿਗੁਰੂ ਸੇਵਕ ਸੀ ਬਾਬੇ ਕਾਲੂ ਦਾ, ਉਦੋਂ ਨਾਥ ਨਹੀਂ ਸੀ ਕਹਿੰਦਾ ਕੋਈ, ਸਿੱਧਾ ਬਾਬਾ ਕਾਲੂ ਕਹਿੰਦੇ ਹੁੰਦੇ ਸੀ। ਕਹਿੰਦੇ ਬਾਬਾ ਕਾਲੂ ਠੀਕ ਹੈ। ਸਤਿਗੁਰ ਹਰਗੋਬਿੰਦ ਸਾਹਿਬ ਮਹਾਰਾਜ ਦੇਖੀ ਜਾਂਦੇ ਆ, ਸੁਣੀ ਜਾਂਦੇ ਆ। ਬਾਬਾ ਕਾਲੂ ਜੀ ਨੂੰ ਕਹਿੰਦੇ ਤੁਸੀਂ ਬਹੁਤ ਸਾਡੀ ਸੇਵਾ ਕੀਤੀ, ਇੱਛਾ ਦੱਸੋ ਚਾਹੀਦਾ ਕੀ ਹੈ। ਤਾਂ ਉਦੋਂ ਗੁਰਮੁਖੋ ਬਾਬਾ ਕਾਲੂ ਜੀ ਕਹਿੰਦੇ ਮਹਾਰਾਜ ਮੈਂ ਤਾਂ ਤੁਹਾਡੇ ਘਰ ਦਾ ਕੂਕਰ ਹਾਂ, ਤੁਹਾਡੇ ਦਰਸ਼ਨ ਹੋ ਗਏ, ਤੁਸੀਂ ਚਰਨ ਪਾਤੇ, ਮੇਰਾ ਮਾਣ ਵਧਾਤਾ, ਮੈਂ ਤੁਹਾਡੇ ਦਰ ਦਾ ਕੂਕਰ ਹਾਂ। ਕਹਿੰਦੇ ਜਦੋਂ ਆਹ ਗੱਲ ਆਖੀ ਨਾ, ਮਹਾਰਾਜ ਕਹਿੰਦੇ ਨਹੀਂ ਬਾਬਾ ਕਾਲੂ ਨਹੀਂ, ਤੁਸੀਂ ਤਾਂ ਕਾਲੂ ਨਾਥ ਹੋ। ਹੁਣ ਕੁਦਰਤੀ ਗੱਲ ਹੈ, ਸਤਿਪੁਰਖਾਂ ਦੇ ਵਿੱਚ ਨਿਮਰਤਾ ਬਹੁਤ ਹੁੰਦੀ ਹੈ, ਤੇ ਜਿੰਨੀ ਨਿਮਰਤਾ ਜ਼ਿਆਦਾ ਉਹਨਾਂ ਗੁਰਮੁਖੋਂ ਮਾਣ ਵੀ ਉਹਦਾ ਜ਼ਿਆਦਾ। ਬਾਬਾ ਕਾਲੂ ਨਾਥ ਜੀ ਉਦੋਂ ਵੀ ਨੀਵੇਂ ਹੋ ਗਏ। ਇਹ ਨਿਸ਼ਾਨੀ ਹੈ ਸਤਿਪੁਰਖਾਂ ਦੀ। ਕਹਿੰਦੇ ਜੀ ਨਾਥ ਨਹੀਂ, ਮੈਂ ਤਾਂ ਤੁਹਾਡੇ ਦਰ ਦਾ ਕੂਕਰ ਹਾਂ। ਸਤਿਗੁਰ ਹਰਗੋਬਿੰਦ ਸਾਹਿਬ ਸਿਰ ਤੇ ਹੱਥ ਧਰਿਆ, ਨਾਲੇ ਤਾਂ ਲੈ ਲਿਆ ਬੁੱਕਲ ਵਿੱਚ ਗੁਰਮੁਖੋ, ਨਾਲੇ ਕਹਿੰਦੇ ਨਾਥ ਵੀ ਨਹੀਂ, ਤੂੰ ਤਾਂ ਨਾਥਾਂ ਦਾ ਵੀ ਨਾਥ ਹੈ। ਆਖੋ ਸਤਿਨਾਮ। ਬੁੱਕਲ ਚ ਲੈ ਲਿਆ, ਕਹਿੰਦੇ ਤੂੰ ਤਾਂ ਨਾਥਾਂ ਦਾ ਨਾਥ ਹੈ। ਇਹੋ ਜੀ ਕਿਰਪਾ ਕੀਤੀ ਗੁਰਮੁਖ ਪਿਆਰਿਓ। ਇੱਕ ਸੇਵਕ ਲੜਕਾ ਸੀ, ਉਦੋਂ ਫਿਰ ਮਾਣ ਵੱਧ ਗਿਆ, ਕਾਲੂ ਨਾਥ ਵੱਜਣ ਲੱਗ ਗਏ, ਨਾਥਾਂ ਦੇ ਨਾਥ। ਇੱਕ ਇਹਨਾਂ ਦਾ ਸੇਵਕ ਸੀ ਲੜਕਾ ਬਾਬੇ ਕਾਲੂ ਨਾਥ ਦਾ। ਉਹਨੇ ਗੁਰਮੁਖ ਪਿਆਰਿਓ ਗਊ ਦਾ ਦੁੱਧ ਚੋਇਆ, ਕਹਿੰਦੇ ਗੜਬਾ ਭਰ ਕੇ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੇਤਾ। ਗੜਬਾ ਭਰ ਕੇ ਛੇਵੇਂ ਪਾਤਸ਼ਾਹ ਨੂੰ ਦੁੱਧ ਦਾ ਦੇਤਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀ ਕੀਤਾ, ਇੱਕ ਚੂਲਾ ਭਰਿਆ ਵਿੱਚੋਂ, ਤੇ ਬਾਬੇ ਕਾਲੂ ਨਾਥ ਦਾ ਜਿਹੜਾ ਚੇਲਾ ਸੀ ਸੇਵਕ, ਉਹਨੂੰ ਕਹਿੰਦੇ ਲੈ ਭਾਈ ਤੂੰ ਵੀ ਛਕ। ਉਹਨੇ ਵੀ ਨਾ ਦੋਵੇਂ ਹੱਥ ਕਰਕੇ ਆਏ, ਚੂਲਾ ਹੱਥਾਂ 'ਚ ਹੀ ਲੈ ਲਿਆ, ਤੇ ਮਹਾਰਾਜ ਕਹਿੰਦੇ ਛਕ ਲੈ। ਜਦੋਂ ਉਹਨੇ ਛਕਿਆ ਦੁੱਧ, ਕਪਾਟ ਖੁੱਲ ਗਏ ਗੁਰਮੁਖ ਪਿਆਰਿਓ, ਅੰਤਰਜਾਮਤਾ ਪੈਦਾ ਹੋ ਗਈ, ਹੋਰ ਹੀ ਰੰਗ ਹੋ ਗਿਆ। ਬਾਬਾ ਕਾਲੂ ਨਾਥ ਜੀ ਨੂੰ ਵੀ ਪਤਾ ਲੱਗ ਗਿਆ ਵੀ ਇਹਦੇ ਕੋਲ ਸ਼ਕਤੀ ਆ ਗਈ। ਹੁਣ ਉੱਥੇ ਪਤਾ ਕੀ ਹੋਇਆ, ਇਹ ਚੇਲਾ ਮਹਾਰਾਜ ਜੀ ਨੂੰ ਮੱਥਾ ਟੇਕਦਾ, ਕਹਿੰਦਾ ਸਤਿਗੁਰ ਇੱਕ ਚੂਲਾ ਦੁੱਧ ਦਾ ਕਾਹਦਾ ਪਿਆਤਾ, ਮੈਨੂੰ ਤਾਂ ਤੁਸੀਂ ਦੁਨੀਆ ਦਾ ਗਿਆਨ ਕਰਾਤਾ।
बाबा कालू नाथ जी कहते चंगा ऐ दस, ये अपने सामने बैठे ने सतगुरु हरगोबिंद साहब, इन्हां दा होर स्वरूप दस कित्थे है। फिर वो सेवक ने दसिया, कहंदा अरब देश विच एक सिख है गुरु साहब दा, वो भी शरधा नाल महाराज नूं याद करदा, सतगुर दर्शन दिओ। एक स्वरूप सतगुर दा अपने कोले बैठा है, उत्थे भी महाराज उहनूं दर्शन दे रहे ने। बाबे कालू नाथ ने भी आत्मक शक्ति नाल देखिया, पर इत्थे गुरमुखो खिमा करियो, थोड़ी जी गल गड़बड़ च हो गई। कहंदे बाबा कालू नाथ जी कहंदे जेड़ी इहदे ते किरपा सतगुर ने कीती है ना, ये तां कीती है, ये मेरे नाल आया, मैं मेरी थोड़ी जी आ गई सी। कहंदे भी मेरे नाल आउण करके तेरा सत्कार होया, हुण मैं आ गई। बाबा कालू नाथ जी ने सोचिया, कहंदे असीं तां इन्ना चिर कीती तपस्या, जंग युद्ध विच गुरु जी दा साथ दिता, साडे ते तां बख्शिश तां होई, इहने तां कुछ भी नहीं कीता। कहंदे अपनी आत्मक शक्ति दे नाल उस बच्चे दी कहंदे सारी शक्ति खिंच ली। बाबा कालू नाथ जी शक्ति खिंच के कहंदे हुण दस। कहंदा जी मैनू की पता की हुंदा, कहंदा आम हो गया, सधारण हो गया बच्चा, हुण नहीं मैनू पता की कित्थे की हुंदा। कहंदा सतगुर हरगोबिंद साहब महाराज कहंदे बाबा कालू नाथ दी तपस्या बहुत है, सेवा बहुत है, ताकत भी गुरु घर वालों बहुत मिल गई, पर जेड़ा आ रोग है ना हौमे वाला, ये किते वध ना जावे। आखो सतनाम। गुरुआं दा एक फर्ज हुंदा है, अपने सिखां सेवकां चों औगणां नूं कढणा। गुरु सेवकां दा भी फर्ज बनदा है, जे गुरु कोई गल कहिंदा है ना उहनूं मन्नण। हुण तां काम इहो जिहा है, जां तां जिदबाजी हो जांदी है ते जां फिर मुड़ के आउंदे ही नहीं गुरमुखो। हुण तां किसे नूं कहण दा टाइम ही ना रहा। कहंदे नहीं आखो गल किसे नूं चंगी मन्नू बुरी समझ के तंगी, तूइयों बणिया रह सतसंगी, तेरी चाल नियारी है, आखे कौन किसे दे लगदा, दुनिया आप महारी है। कोई नहीं किसे दे आखे लगदा, पर फर्ज आपो अपने जरूर पछानने चाहिए। गुरु हरगोबिंद साहब जी सोचते ने, कहंदे जे बाबे कालू नाथ विच हौमे रह गई, ये तो गलत हो जूगा काम। कहंदे एक तो शक्ति इहनूं असीं ही देती सी, इहदी सेवा तो खुश हो के, ते दूजा इहने जिहड़ी बच्चे नूं ताकत दित्ती सी वो भी खोह ली, इहने दो हो गईयां। तीजी इहदी आपदी तपस्या है। इन्ना कुछ होने के बावजूद भी कहंदे देखिए तो सही भी किते मैं मेरी कित्थे कै। बाबा कालू नाथ जी कोले ना एक गड़बा सी, कहंदे बहुत सोहना, किसे बाहरों देशों भेजिया सी किसी सेवक ने, उन्होंने बड़ा प्यार करते सी। सवेरे उठण सार पहला गड़बा देखते भी हैगा कोले, किते कोई लैता नहीं गया। कई बारी हुंदा गुरमुखो, मैं भी विचों ही हाँ, आपां त्याग दीयां गल्लां कर लांगे, तपस्या कर लांगे, रिधियां सिधियां भी हुंदियां, कोई मेहनत करे, सब कुछ हैगा, पर कई बारी परमात्मा यह जी खेड वरताउंदा है, ये माया मोहनी तो बचिया नहीं जाता। पता ही नहीं लगता भी आ की खेड वरत गई। तां सतगुर कहंदे ने, माया ममता मोहनी जिन बिन दंता जग खाया। ये दींदे तो है नहीं दंद, पर सारा संसार माया खाई जा रही है। इस माया ममता मोहनी ने, माया ममता मोहनी ने, मोहनी ने, दिन दंता जग खाया। इस माया ममता मोहनी ने, माया ममता मोहनी ने, इस माया ममता मोहनी ने, ये माया
ਇਹ ਜੀ ਮੋਹਣੀ ਮਮਤਾ ਬਿਨਾਂ ਦੰਦਾਂ ਤੋਂ ਸੰਸਾਰ ਨੂੰ ਖਾਂਦੀ ਹੈ। ਕਹਿੰਦੇ ਨੇ ਬਿਰਲੇ ਬਿਰਲੇ ਗੁਰਮੁਖ ਬਚਦੇ ਨੇ, ਕੌਣ? ਜਿਨੀ ਸੱਚ ਨਾਮ ਚਿੱਤ ਲਾਇਆ। ਰੱਬ ਹੀ ਕਿਰਪਾ ਕਰਕੇ ਦੱਸ ਦੇ ਵੀ ਨਹੀਂ ਆ ਦੂਜੇ ਦਾ ਹੱਕ ਹੈ, ਕਾਹਦੇ ਵਾਸਤੇ ਖਾਣਾ ਆ? ਗੁਰਮੁਖੋ ਹੈਗੇ ਸੰਸਾਰ ਵਿੱਚ, ਰਾਹ ਚ ਆਉਂਦਿਆਂ ਹੋਇਆਂ ਨੂੰ ਕਿਸੇ ਦਾ ਬਟੂਆ ਮਿਲ ਗਿਆ। ਮੀਡੀਆ ਦਾ ਯੁੱਗ ਹੈ, ਕਈ ਪਾਉਂਦੇ ਨੇ WhatsApp ਤੇ Facebook ਤੇ ਵੀ ਆਹ ਭਾਈ ਸਾਨੂੰ ਮਿਲਿਆ, ਜੇ ਕਿਸੇ ਦਾ ਹੈਗਾ ਮੇਰਾ ਨੰਬਰ ਹੈ ਲੈ ਜਾਓ ਆ ਕੇ। ਉਹ ਫਿਰ ਕਿਵੇਂ ਕਲਯੁਗੀ ਜੀਵ ਕਹਿ ਦਿਆਂਗੇ ਉਹਨਾਂ ਨੂੰ ਆਪਾਂ। ਤੇ ਕਈ ਉਹ ਵੀ ਨੇ ਜਿਹੜੇ ਚੋਰੀਆਂ ਕੱਢ ਕੱਢ ਕੇ ਲੈ ਜਾਂਦੇ ਆ ਗੁਰਮੁਖ। ਹੁਣ ਇੱਥੇ ਸਤਿਗੁਰ ਹਰਗੋਬਿੰਦ ਸਾਹਿਬ ਮਹਾਰਾਜ ਬਾਬਾ ਕਾਲੂ ਨਾਥ ਜੀ ਨੂੰ ਕਹਿੰਦੇ, ਨਾਥ ਜੀ ਸਾਨੂੰ ਆ ਗੜਬਾ ਦੇ ਦਿਓ। ਕਹਿੰਦੇ ਜਦੋਂ ਗੜਬਾ ਸਤਿਗੁਰ ਨੇ ਮੰਗਿਆ ਨਾ, ਛੇਵੇਂ ਸਤਿਗੁਰ ਨੇ, ਬਾਬਾ ਕਾਲੂ ਨਾਥ ਜੀ ਦੇ ਮਨ ਵਿੱਚ ਆ ਗਿਆ ਵੀ ਇਹ ਤਾਂ ਮੇਰਾ ਬਹੁਤ ਪਿਆਰਾ ਗੜਬਾ ਹੈ। ਨਾ ਤਾਂ ਨਾ ਕੀਤੀ ਨਾ ਹਾਂ ਕੀਤੀ। ਕਹਿੰਦੇ ਮਹਾਰਾਜ ਜਦੋਂ ਮੈਂ ਤੁਹਾਡਾ ਤੇ ਗੜਬਾ ਵੀ ਤੁਹਾਡਾ ਹੀ ਹੈ ਨਾ, ਕਹਿੰਦੇ ਢੰਗ ਨਾਲ। ਕਹਿੰਦੇ ਮੈਂ ਵੀ ਤੁਹਾਡਾ, ਮੇਰੀਆਂ ਚੀਜ਼ਾਂ ਵੀ ਤੁਹਾਡੀਆਂ ਹੀ ਹੈ। ਸਤਿਗੁਰ ਛੇਵੇਂ ਪਾਤਸ਼ਾਹ ਕਹਿੰਦੇ ਚੰਗਾ ਫਿਰ ਲਿਆਓ ਸਾਨੂੰ ਦੇ ਦਿਓ। ਕਹਿੰਦਾ ਜੀ ਊਂ ਭਾਵੇਂ ਜਾਨ ਮੰਗ ਲਓ, ਗੜਬਾ ਨਾ ਮੰਗੋ। ਜਿੰਨਾ ਚਿਰ ਮੈਂ ਜਿਉਣਾ ਨਾ, ਕਹਿੰਦਾ ਉਹਨਾਂ ਚਿਰ ਇਹਦੇ ਨਾਲ ਮੇਰਾ ਮੋਹ ਹੈ, ਮੋਹ ਹੈ। ਉਦੋਂ ਬਾਅਦ ਜਿਹੜਾ ਮਰਜ਼ੀ ਵਰਤੇ। ਸਤਿਗੁਰ ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਕਾਲੂ ਨਾਥ ਜੀ ਆ ਜੇ ਮੋਹ ਮਾਇਆ ਛੁੱਟੀ ਨਹੀਂ, ਆਖੋ ਸਤਿਨਾਮ। ਇਹਨੂੰ ਕੱਢੋ। ਹੁੰਦਾ ਨਹੀਂ ਬੜੇ ਥਾਵਾਂ ਤੇ ਰੌਲੇ ਪੈਂਦੇ ਆ, ਜ਼ਮੀਨਾਂ ਜਾਇਦਾਦਾਂ ਮਾਇਆ ਦੇ, ਚਲੋ ਕਿਸੇ ਤਰ੍ਹਾਂ ਦੀ ਹੈ, ਮੋਹ ਤਾਂ ਹੁੰਦਾ ਹੀ ਹੈ ਗੁਰਮੁਖ। ਕਈ ਬੰਦੇ ਕਹਿਣਗੇ ਮੈਂ ਸਾਧੂ ਬਣਿਆ, ਇੰਨੀ ਜਾਇਦਾਦ ਨੂੰ ਲੱਤ ਮਾਰੀ ਹੈ। ਇੱਕ ਮਹਾਤਮਾ ਕਹਿੰਦਾ ਲੱਤ ਤਾਂ ਮਾਰੀ ਸੀ, ਪਰ ਉਹ ਟਾਈਮ ਸਿਰ ਸਹੀ ਨਹੀਂ ਵੱਜੀ, ਜ਼ਮੀਨ ਜਾਇਦਾਦ ਲੱਤ ਨਾਲ ਹੀ ਚਿੰਬੜੀ ਪਈ ਹੈ ਹਜੇ। ਜਿਹਦਾ ਤਿਆਗ ਹੀ ਕਰਤਾ ਉਹ ਕਹਿਣਾ ਕੀ ਗੁਰਮੁਖ ਪਿਆਰਿਓ। ਉਦੋਂ ਫਿਰ ਛੇਵੇਂ ਪਾਤਸ਼ਾਹ ਨੇ ਬਾਬਾ ਕਾਲੂ ਨਾਥ ਜੀ ਦੇ ਵਿੱਚੋਂ ਉਹ ਹਉਮੈ ਵੀ ਭਾਈ ਇਸ ਤਰ੍ਹਾਂ ਕੱਢੀ ਸੀ। ਕਹਿੰਦੇ ਨੇ ਮਹਾਰਾਜ ਇਹਨਾਂ ਚੀਜ਼ਾਂ ਦਾ ਵੀ ਮੋਹ ਛੱਡੋ, ਸਿਮਰਨ ਕਰੋ ਰੱਬ ਦਾ। ਸੋ ਕਹਿਣ ਦਾ ਭਾਵ ਬਹੁਤ ਪੂਜਨੀਕ ਮਹਾਤਮਾ ਹੋਏ ਬਾਬਾ ਕਾਲੂ ਨਾਥ ਜੀ। ਸੋ ਇੱਥੇ ਵੀ ਬਾਬਾ ਕਾਲੂ ਨਾਥ ਜੀ ਫਿਰ ਗਊਆਂ ਚਾਰਦੇ ਆਏ ਸਨ, ਜਿਸ ਜਗ੍ਹਾ ਆਪਾਂ ਬੈਠੇ ਆ ਗੁਰਮੁਖ ਪਿਆਰਿਓ। ਕਿਉਂ ਫਿਰ ਜਦੋਂ ਮੋਹ ਛੱਡਤਾ ਨਾ, ਫਿਰ ਜਿੱਥੇ ਵੀ ਜਾਂਦੇ ਗਊਆਂ ਲੈ ਕੇ ਕਈ ਦਿਨ ਰਹਿੰਦੇ। ਸੋ ਅੱਜ ਬਾਬਾ ਕਾਲੂ ਨਾਥ ਜੀ ਦੀ ਯਾਦ ਦੇ ਵਿੱਚ ਗੁਰਮੁਖ ਪਿਆਰਿਓ ਕਿੰਨੀ ਵੱਡੀ ਇੱਥੇ ਸੇਵਾ ਚੱਲਦੀ ਹੈ ਗਊਸ਼ਾਲਾ ਦੀ। ਗਊਆਂ ਨੂੰ ਸੰਭਾਲਿਆ ਜਾਂਦਾ ਹੈ। ਮੈਂ ਹੈਰਾਨ ਹੋਇਆ ਜਦੋਂ ਆ ਕੇ ਦੇਖਿਆ ਨਾ, ਗੇਟ ਦੇ ਉੱਤੇ ਫੋਟੋ ਬਣੀ ਹੋਈ ਚਿੱਟੀ ਗਊ ਦੀ। ਫੱਟ ਯਾਦ ਆ ਗਿਆ ਵੀ ਉਦੋਂ ਚਿੱਟੀ ਗਊ ਦਾ ਦੁੱਧ ਛੇਵੇਂ ਪਾਤਸ਼ਾਹ ਨੂੰ ਪਿਆਇਆ ਸੀ। ਉਹ ਗਊਆਂ ਦੀਆਂ ਵੀ ਪੂਜਾ ਹੋਣ ਲੱਗ ਗਈ, ਆਖੋ ਸਤਿਨਾਮ। ਸੋ ਆਓ ਹੁਣ ਸਮਾਂ 12:30 ਸਮਾਪਤੀ ਦਾ ਹੁਕਮ ਦਿੱਤਾ ਸੀ ਤੇ ਇਹੀ ਬੇਨਤੀ ਕਰਨੀ ਹੈ ਭਾਈ, ਸੇਵਾ ਹੈ। ਜਿੰਨੀ ਸੇਵਾ ਆਪਾਂ ਰਲ ਮਿਲ ਕੇ ਕਰ ਲਾਂਗੇ ਓਨਾ ਹੀ ਸਾਡਾ ਮਾਣ ਵੱਧਦਾ ਹੈ। ਸੋ ਸੇਵਾ ਤੇ ਸਿਮਰਨ ਦੋ ਹੀ ਚੀਜ਼ਾਂ ਨੇ, ਲੋੜਵੰਦ ਦੀ ਮਦਦ ਕਰਨੀ। ਬਾਬਾ ਕਾਲੂ ਨਾਥ ਜੀ ਨੇ ਛੇਵੇਂ ਪਾਤਸ਼ਾਹ ਦੀ ਮਦਦ ਕੀਤੀ, ਕਿਹਾ ਵੀ ਨਹੀਂ ਸੀ ਗੁਰੂ ਸਾਹਿਬ ਨੇ, ਆਪੇ ਮਦਦ ਕੀਤੀ ਤਾਂ ਉਹਨਾਂ ਦਾ ਮਾਣ ਵੱਧ ਗਿਆ। ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਜੈਸੇ ਜਨਮਤ ਕੰਨਿਆ ਦੀਜੀ ਐ ਦਹੇਜ ਘਨੋ, ਤਾਕੇ ਸੁੱਤ ਆਗੈ ਵਿਆਹੇ ਬਹੁ ਪੁੰਨ ਲੀਜੀ। ਇਹਦਾ ਭਾਵ ਹੈ, ਗੱਲ ਗੁਰੂ ਘਰ ਤੇ ਆਉਣੀ ਹੈ। ਕਹਿੰਦੇ ਘਰ ਵਿੱਚ ਕੰਨਿਆ ਜੰਮਦੀ ਹੈ ਨਾ, ਜਦੋਂ ਮਾਂ ਬਾਪ ਨੂੰ ਉਦੋਂ ਤੋਂ ਹੀ ਫਿਕਰ ਪੈ ਜਾਂਦਾ ਹੈ, ਇਹਨੂੰ ਵਿਆਹੁਣਾ ਹੈ। ਫਿਰ ਤਿਲ ਫੁੱਲ ਜੋੜਦੇ ਆ। ਵੈਸੇ ਤਾਂ ਦਾਜ ਦਹੇਜ ਲੈਣਾ ਨਹੀਂ ਚਾਹੀਦਾ, ਕਿਉਂ ਜਦੋਂ ਧੀ ਦੇਤੀ ਪਿੱਛੇ ਕੀ ਰਹਿ ਗਿਆ ਗੁਰਮੁਖ। ਧੀ ਵਾਲੇ ਧੀ ਦੇ ਕੇ ਪੁੱਤ ਲੈਂਦੇ ਨੇ, ਪੁੱਤ ਵਾਲੇ ਪੁੱਤ ਦੇ ਕੇ ਧੀ ਲੈਂਦੇ ਨੇ। ਹੈ ਤਾਂ ਇਦਾਂ ਦਾ ਸੰਬੰਧ, ਪਰ ਫਿਰ ਵੀ ਸੰਸਾਰ ਦਾ ਵਿਹਾਰ ਹੈ, ਚੱਲਦਾ ਹੈ। ਧੀਆਂ ਵਾਲੇ ਕੰਨਿਆ ਦਾਨ ਸਮਝ ਕੇ ਦਾਨ ਕਰਦੇ ਹੈ। ਪਰ ਇੱਕ ਗੱਲ ਹੋਰ ਦੇਖ ਲਓ ਕਮਾਲ ਦੀ, ਇਹਨੂੰ ਕਿਹਾ ਤਾਂ ਜਾਂਦਾ ਕੰਨਿਆ ਦਾਨ। ਦਾਨ ਦੇਣ ਵਾਲੇ ਦਾ ਹੱਥ ਉੱਚਾ ਹੁੰਦਾ ਹੈ ਤੇ ਦਾਨ ਲੈਣ ਵਾਲੇ ਦਾ ਹੱਥ ਨੀਵਾਂ ਹੁੰਦਾ ਹੈ। ਇਦਾਂ ਹੀ ਲਈਦਾ ਨਾ ਦਾਨ। ਪਰ ਇਹ ਦਾਨ ਨਹੀਂ ਰਹੇ ਗੁਰਮੁਖੋ, ਮਾਫ ਕਰਿਓ, ਵਪਾਰ ਬਣ ਕੇ ਰਹਿ ਗਏ। ਹਾਲਾਂਕਿ ਜਦੋਂ ਕੰਨਿਆ ਨੂੰ ਵਿਆਹੁਣ ਜਾਂਦੇ ਆ,
ਆਪਾਂ ਉਹ ਦਾਨ ਦਿੰਦੇ ਨੇ ਤੇ ਆਪਾਂ ਨੀਵੇਂ ਹੋ ਕੇ ਜਾਣਾ ਚਾਹੀਦਾ ਲੜਕੇ ਵਾਲਿਆਂ ਨੂੰ, ਪਰ ਨਿਮਰਤਾ ਕਿੱਥੇ ਰਹਿ ਗਈ ਗੁਰਮੁਖੋ। ਇਹਨਾਂ ਚੀਜ਼ਾਂ ਵੱਲ ਵੀ ਥੋੜ੍ਹਾ ਜਿਹਾ ਗੌਰ ਕਰਨੀ ਹੈ। ਗੁਰੂ ਸਾਹਿਬ ਆਪਾਂ ਕਹਿੰਦੇ ਆ ਗੁਰੂ ਮਹਾਰਾਜ ਦੀ ਬੇਅਦਬੀ ਹੋਈ, ਕੋਈ ਵੀ ਧਰਮ ਗ੍ਰੰਥ ਹੈ, ਜਦੋਂ ਉਹਦੀ ਬੇਅਦਬੀ ਹੁੰਦੀ ਆ ਦੁੱਖ ਹੁੰਦਾ ਨਾ ਸ਼ਰਧਾਲੂਆਂ ਨੂੰ, ਪਰ ਜਦੋਂ 4 ਲਾਵਾਂ ਲੈ ਕੇ ਚੌਥੇ ਕੁ ਦਿਨ ਤਲਾਕ ਲੈਂਦੇ ਹੋ ਉਹ ਵੀ ਤਾਂ ਬੇਅਦਬੀ ਹੈ ਨਾ। ਉਹ ਜਾਣੇ ਅਣਜਾਣੇ ਆਪਾਂ ਕਰੀ ਜਾਂਦੇ ਆ। ਬਚਿਆ ਕਰੋ ਭਾਈ, ਮਹਾਰਾਜ ਦੀ ਕਿਰਪਾ ਨਾਲ ਰਿਸ਼ਤੇ ਜੁੜਦੇ ਨੇ, ਘੱਟ ਕੋਈ ਨਹੀਂ ਕਹਾਉਂਦਾ ਆਪਣੇ ਆਪ ਨੂੰ, ਪਰ ਨਿੱਕੀਆਂ ਨਿੱਕੀਆਂ ਗੱਲਾਂ ਤੇ ਰਿਸ਼ਤਿਆਂ ਨੂੰ ਤੋੜਨਾ ਨਹੀਂ ਚਾਹੀਦਾ। ਆਖੋ ਸਤਿਨਾਮ। ਚਲੋ ਗੱਲ ਹੋਰ ਪਾਸੇ ਨਾ ਚਲੀ ਜਾਵੇ। ਭਾਈ ਸਾਹਿਬ ਲਿਖਦੇ ਨੇ, ਕਹਿੰਦੇ ਜਦੋਂ ਕੰਨਿਆ ਜੰਮਦੀ ਹੈ ਮਾਂ ਬਾਪ ਬੜਾ ਵੱਧ ਚੜ ਕੇ ਦਾਜ ਦਿੰਦੇ ਨੇ, ਤੇ ਜੇ ਘਰ ਵਿੱਚ ਪੁੱਤ ਹੋਵੇ ਫਿਰ ਖੁਸ਼ੀ ਨਾਲ ਲੈ ਵੀ ਲਈਦਾ। ਇਸੇ ਤਰ੍ਹਾਂ ਕਹਿੰਦੇ ਨੇ, ਜੈਸੇ ਦਾਮ ਲਾਈਅਤ ਪ੍ਰਥਮ ਬਨਜ ਵਿਖੇ। ਕੋਈ ਵੀ ਵਪਾਰੀ ਹੈ, ਕੋਈ ਦੁਕਾਨ ਕਰਦਾ ਹੈ, ਕੋਈ ਹੋਰ ਸਾਜੋ ਸਮਾਨ ਮੱਝਾਂ ਗਾਵਾਂ ਵੇਚਦਾ, ਵਪਾਰ ਕਰਦੇ ਆ ਨਾ ਆਪਾਂ, ਤੇ ਵਪਾਰ ਕਰਨ ਵੇਲੇ ਬਹੁਤ ਪੈਸਾ ਦੇਈਦਾ ਵੀ ਹੈ। ਜਦੋਂ ਚੀਜ਼ ਲੈਣੀ ਹੁੰਦੀ ਹੈ ਉਹੀ ਚੀਜ਼ ਖਰੀਦੀ ਹੋਈ ਪੈਸਾ ਦੇ ਕੇ, ਬਹੁਤ ਪੈਸਾ ਦੇ ਕੇ ਖਰੀਦੀ ਦੀ ਹੈ, ਤੇ ਬਾਅਦ ਵਿੱਚ ਕੀ ਹੁੰਦਾ, ਪਾਛੈ ਲਾਭ ਹੋਤ ਮਨ ਸਕਚ ਨ ਕੀਜੀਏ। ਕਹਿੰਦੇ ਜਦੋਂ ਉਹ ਚੀਜ਼ ਫਿਰ ਵੇਚੀ ਦੀ ਹੈ ਦੁਬਾਰਾ, ਉਦੋਂ ਆਪਾਂ ਵੱਧ ਨਫਾ ਲੈਂਦੇ ਹਾਂ। ਪਹਿਲਾਂ ਮਾਇਆ ਖਰਚ ਕੇ ਖਰੀਦੀ, ਪਰ ਵੇਚਣ ਵੇਲੇ ਫਿਰ ਆਪਾਂ ਸੰਕੋਚ ਨਹੀਂ ਕਰਦੇ ਵੀ ਸਾਨੂੰ ਨਫਾ ਨਾ ਹੋਵੇ, ਉਦੋਂ ਵੱਧ ਤੋਂ ਵੱਧ ਨਫਾ ਲਈਦਾ ਉਸੇ ਚੀਜ਼ ਦਾ। ਇਸੇ ਤਰ੍ਹਾਂ ਕਹਿੰਦੇ, ਜੈਸੇ ਗਊ ਸੇਵਾ ਕੈ ਸਹੇਤ ਪ੍ਰਤਪਾਲੀਅਤ। ਗਊਆਂ ਦੀ ਸੇਵਾ ਕਰਦੇ ਆ ਨਾ, ਤਾਂ ਗਊਆਂ ਗਿੱਲਾ ਸੁੱਕਾ ਖਾ ਕੇ, ਤੂੜੀ ਕੱਖ ਕੰਡਾ ਜੋ ਪਾਈਦਾ ਹੈ ਉਹ ਖਾ ਕੇ ਆਪਾਂ ਨੂੰ ਅੰਮ੍ਰਿਤ ਦਿੰਦੀਆਂ। ਗੁਰੂ ਅੰਮ੍ਰਿਤ ਦੁੱਧ ਨੂੰ ਵੀ ਬਾਣੀ ਵਿੱਚ ਅੰਮ੍ਰਿਤ ਕਿਹਾ ਹੈ। ਪਸ਼ੂ ਮਿਲ ਹੈ ਚੰਗਿਆਈਆਂ, ਖੜ ਖਾਵਹਿ ਅੰਮ੍ਰਿਤ ਦੇ। ਅੰਮ੍ਰਿਤ ਤੋਂ ਭਾਵ ਹੁੰਦਾ ਜਿਹੜਾ ਮੌਤ ਤੋਂ ਬਚਾਵੇ। ਕਹਿੰਦੇ ਗਊਆਂ ਦੀ ਸੇਵਾ ਕਰਦੇ ਆ, ਉਹ ਸਾਨੂੰ ਅੰਮ੍ਰਿਤ ਰੂਪੀ ਦੁੱਧ ਦਿੰਦੀਆਂ। ਸ਼ਕਲ ਅਖਾਦ ਵਾਕੋ ਦੂਧ ਦੋਹੇ ਪੀਜੀਏ। ਪਹਿਲਾਂ ਉਹਦੀ ਸੇਵਾ ਕਰੀਦੀ ਹੈ ਪਸ਼ੂਆਂ ਦੀ, ਮੱਝਾਂ ਗਾਵਾਂ ਦੀ, ਫਿਰ ਦੁੱਧ ਦਿੰਦੀਆਂ। ਉਹ ਦੁੱਧ ਆਪਾਂ ਪੀਂਦੇ ਆ ਗੁਰਮੁਖੋ, ਸਾਡਾ ਜੀਵਨ ਚੱਲਦਾ ਹੈ। ਕਈ ਵੇਚਦੇ ਵੀ ਨੇ ਰੁਜ਼ਗਾਰ ਵਾਸਤੇ। ਇਸੇ ਤਰ੍ਹਾਂ 3 ਉਦਾਹਰਨਾਂ ਦੇ ਕੇ ਭਾਈ ਗੁਰਦਾਸ ਜੀ ਕਹਿੰਦੇ, ਤੈਸੇ ਤਨ ਮਨ ਧਨ ਅਰਪ ਸ਼ਰਨ ਗੁਰ। ਕਹਿੰਦੇ ਗੁਰੂ ਦੇ ਦਰ ਤੇ ਆਏ ਆ ਨਾ, ਆਪਣਾ ਤਨ ਵੀ, ਮਨ ਵੀ ਤੇ ਧਨ ਵੀ, ਤਿੰਨੇ ਚੀਜ਼ਾਂ ਗੁਰੂ ਨੂੰ ਅਰਪਣ ਕਰਦੇ। ਤੈਸੇ ਤਨ ਮਨ ਧਨ ਅਰਪ ਸ਼ਰਨ ਗੁਰ, ਦਿਖਿਆ ਦਾਨ ਲੈ ਅਮਰ ਸਦ ਸਦ ਜੀਜੀ ਹੈ। ਕਹਿੰਦੇ ਮਾਇਆ ਤਨ ਮਨ ਅਰਪਣ ਕਰ ਸਤਿਗੁਰ ਨੂੰ। ਤਿੰਨੇ ਚੀਜ਼ਾਂ ਦੇ ਕੇ ਚੌਥੀ ਗੱਲ ਜ਼ਰੂਰੀ ਹੈ, ਕੀ? ਹੁਕਮ ਮੰਨਿਆ ਪਾਈਏ। ਲਿਖਿਆ ਨਾ ਬਾਣੀ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਕਹਿੰਦੇ ਤਨ ਵੀ ਦੇ, ਮਨ ਵੀ ਦੇ, ਧਨ ਵੀ ਦੇ। ਚੌਥੀ ਗੱਲ ਜ਼ਰੂਰੀ ਹੈ, ਹੁਕਮ ਮੰਨ ਮਹਾਰਾਜ ਦਾ। ਇੱਥੇ ਭਾਈ ਗੁਰਦਾਸ ਜੀ ਕਹਿੰਦੇ ਨੇ, ਦੀਖਿਆ ਦਾਨ ਲੈ ਅਮਰ ਸਦ ਸਦ ਜੀਜੀ ਹੈ। ਕਹਿੰਦੇ ਗੁਰੂ ਦੇ ਕੋਲੋਂ ਦਾਨ ਲੈ। ਕਈ ਵਾਰੀ ਤਾਂ ਆਪਾਂ ਕਹਿੰਦੇ ਨਾ ਦਾਨ ਦਿੱਤਾ, ਆਪਾਂ ਦਾਨ ਨਹੀਂ ਦਿੰਦੇ। ਦਾਨ ਤਾਂ ਦੇਈਦਾ ਆਪ ਤੋਂ ਛੋਟੇ ਨੂੰ ਗੁਰਮੁਖੋ, ਵੱਡਿਆਂ ਨੂੰ ਦੇਈਦੀ ਹੁੰਦੀ ਹੈ ਭੇਟਾ। ਇੱਥੇ ਤਾਂ ਹੁਣ ਵਿਸਾਖੀ ਲੰਘ ਕੇ ਗਈ ਹੈ, ਕਿਤੇ ਸੁਣਿਆ ਵੀ 5 ਪਿਆਰਿਆਂ ਨੇ ਸੀਸ ਦਾਨ ਕੀਤੇ? ਕਿਤੇ ਨਹੀਂ ਕਹੋਗੇ। ਸੀਸ ਕਟਵਾ ਕੇ ਵੀ ਕਹਿੰਦੇ ਸੀਸ ਭੇਟ ਕੀਤੇ ਹੈ। ਗੁਰੂ ਦਰ ਤੇ ਜਦੋਂ ਭੇਟਾ ਦੇਈਦੀ ਹੈ ਨਾ, ਉਹਨੂੰ ਭੇਟਾ ਕਹਿਣਾ, ਇਹ ਨਹੀਂ ਕਹਿਣਾ ਵੀ ਅਸੀਂ ਦਾਨ ਕੀਤਾ ਹੈ। ਦਾਨ ਸਤਿਗੁਰ ਸਾਨੂੰ ਦਿੰਦੇ ਨੇ। ਉਹ ਬਚਨ ਸੁਣਦੇ ਆ ਵੀ ਮੇਰੇ ਕਲਗੀਧਰ ਪਾਤਸ਼ਾਹ ਨੇ ਸਰਬੰਸੀ ਦਾਨ ਕਰਤਾ। ਦੇਖੋ ਉਹ ਹੈ ਦਾਨ ਜਿਹੜਾ ਵੱਡਾ ਕੋਈ ਆਪ ਤੋਂ ਛੋਟੇ ਨੂੰ ਦੇਵੇ। ਇੱਥੇ ਭਾਈ ਗੁਰਦਾਸ ਜੀ ਕਹਿੰਦੇ ਨੇ, ਤਨ ਮਨ ਧਨ ਸਤਿਗੁਰ ਨੂੰ ਅਰਪਣ ਕਰਦੇ, ਭਾਵ ਸਰੀਰ ਵੀ ਸੇਵਾ ਚਲਾ। ਪੈਸਾ ਟਕਾ ਵੀ ਲੋੜਵੰਦਾਂ ਦੀ ਮਦਦ ਵਾਸਤੇ ਦੇ ਜਿੰਨਾ ਦੇ ਸਕਦਾ ਹੈ। ਤੇ ਤੀਜੀ ਗੱਲ ਦੇਣੀ ਬਹੁਤ ਔਖੀ ਹੈ, ਉਹ ਹੈ ਮਨ। ਮਨ ਬਹੁਤ ਕੁਝ ਸੋਚਦਾ ਹੈ। ਹੁਣ ਮਨ ਤਾਂ ਸੋਚਦਾ ਵੀ ਫਲਾਣੇ ਦੀ ਇੱਜ਼ਤ ਲੁੱਟ ਲਾਂ, ਪਰ ਮਹਾਰਾਜ ਕਹਿੰਦੇ ਨੇ ਰੁਕ ਜਾ। ਜੇ ਉੱਥੇ ਗੁਰੂ ਸਾਹਿਬ ਦਾ ਬਚਨ ਮੰਨ ਕੇ ਰੁਕ ਗਿਆ, ਸਮਝ ਲਾ ਤੂੰ ਅੱਜ ਆਪਣਾ ਮਨ ਗੁਰੂ ਨੂੰ ਦੇਤਾ। ਮਨ ਦੇਣਾ ਬਹੁਤ ਔਖਾ ਹੈ ਗੁਰੂ।
ਆਪਣੀ ਮਤ ਨੂੰ ਕੰਟਰੋਲ ਕਰਕੇ ਗੁਰੂ ਸਾਹਿਬ ਦੀ ਸੋਚ ਅਨੁਸਾਰ ਚੱਲ, ਫਿਰ ਕਹਿੰਦੇ ਹੋਊਗਾ ਕਿ ਸਦਾ ਵਾਸਤੇ ਅਮਰ ਹੋ ਜਾਏਗਾ, ਜਿਉਂਦਾ ਰਹੇਗਾ, ਕਦੇ ਤੈਨੂੰ ਮੌਤ ਨਹੀਂ ਆਏਗੀ। ਸਰੀਰਕ ਮੌਤ ਹੋਰ ਹੈ, ਜ਼ਮੀਰ ਦੀ ਮੌਤ ਹੋਰ ਹੈ। ਗੁਰਮੁਖ ਆ ਜਿੰਨੇ ਮਹਾਤਮਾ ਹੋਏ, ਅੱਜ ਵੀ ਆਪਾਂ ਉਹਨਾਂ ਦੇ ਥਾਵਾਂ ਤੇ ਜਾ ਕੇ ਮੱਥੇ ਟੇਕਦੇ ਹਾਂ। ਆ ਦੇਖੋ ਹੁਣ ਮੇਲਾ ਭਰਦਾ ਚੇਤ ਦੇ ਮਹੀਨੇ, ਤੇ ਗੁਰਮੁਖ ਪਿਆਰਿਓ ਕਿੰਨੀ ਦੁਨੀਆ ਆਉਂਦੀ ਹੈ। ਇਸ ਸਥਾਨ ਤੇ ਵੀ ਖੋਖਰ ਔਰ ਸੂਚਾਂ ਦੀ ਇਹ ਹੱਦ ਜੀ ਆ ਜਾਂਦੀ ਹੈ ਮੇਰੇ ਖਿਆਲ 'ਚ। ਸੜਕ ਦੇ ਉੱਤੇ ਇਹ ਝਿੜੀ ਬਣੀ ਹੈ, ਕਿੰਨੀ ਜ਼ਮੀਨ ਜਾਇਦਾਦ ਹੈ, ਕਿੰਨੀ ਦੁਨੀਆ ਆਉਂਦੀ ਹੈ। ਕੋਈ ਦੁੱਧ ਮੰਗਦਾ ਹੈ, ਕੋਈ ਪੁੱਤ ਮੰਗਦਾ ਹੈ, ਕੋਈ ਸੁੱਖ ਮੰਗਦਾ ਹੈ, ਕੋਈ ਕਹਿੰਦਾ ਮੇਰਾ ਕਾਰੋਬਾਰ ਚੱਲੇ। ਕਿਉਂਕਿ ਉਹਨਾਂ ਮਹਾਤਮਾ ਨੇ, ਬਾਬਾ ਕਾਲੂ ਨਾਥ ਜੀ ਵਰਗਿਆਂ ਨੇ ਇੱਥੇ ਚਰਨ ਪਾਏ ਹੋਏ ਨੇ। ਬਾਬਾ ਸੰਤੋਖੀ ਦਾਸ ਵਰਗੇ, ਬਾਬਾ ਚੀਖਾ ਜੀ ਵਰਗੇ ਗੁਰਮੁਖ ਪਿਆਰਿਓ ਇੱਥੇ ਚਰਨ ਉਹਨਾਂ ਨੇ ਪਾਏ ਹੋਏ ਨੇ। ਤੇ ਸਤਿਗੁਰ ਹੋਏ, ਮਹਾਂਪੁਰਖ ਹੋਏ, ਇਹ ਕਹਿੰਦੇ ਪਾਰਸ ਵਰਗੇ ਹੁੰਦੇ ਆ ਗੁਰਮੁਖ। ਲੋਹੇ ਨੂੰ ਵੀ ਸਿਉਣਾ ਬਣਾ ਦਿੰਦੇ ਆ। ਆਖੋ ਸਤਨਾਮ ਵਾਹਿਗੁਰੂ। ਲਓ ਇੱਕ ਧਾਰਨਾ ਸਾਰੀ ਸੰਗਤ ਬੋਲਿਓ। ਸਤਿਗੁਰ ਮਹਾਂਪੁਰਖ ਹਨ ਪਾਰਸ, ਕੰਚਨ ਕਰਦੇ ਲੋਹੇ ਨੂੰ। 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 ਸਤਿਗੁਰ ਮਹਾਂਪੁਰਖ ਹਨ ਕਰਦੇ ਲੋਹੇ ਨੂੰ। ਕਹਿੰਦੇ ਪਾਰਸ ਮੈਂ ਅਰ ਸੰਤ ਮੈਂ ਵੱਡੋ ਅੰਤਰੋ ਜਾਨ। ਉਹ ਲੋਹੇਓ ਕੰਚਨ ਕਰੇ ਉਹ ਕਰ ਲੈ ਆਪ ਸਮਾਨ। ਕਹਿੰਦੇ ਪਾਰਸ ਵਿੱਚ ਤੇ ਸੰਤ ਵਿੱਚ, ਗੁਰੂ ਵਿੱਚ ਫਰਕ ਬੜਾ ਹੈ। ਕਿਵੇਂ? ਕਹਿੰਦੇ ਜਿਹੜਾ ਪਾਰਸ ਹੈ ਉਹ ਲੋਹੇ ਨੂੰ ਸੋਨਾ ਤਾਂ ਬਣਾ ਸਕਦਾ, ਪਰ ਆਪਣੇ ਵਰਗਾ ਪਾਰਸ ਨਹੀਂ ਬਣਾ ਸਕਦਾ। ਗੁਰੂ ਮਹਾਰਾਜ ਜਾਂ ਗੁਰੂ ਦੇ ਪਿਆਰੇ ਸਾਧੂ ਸੰਤ ਮਹਾਤਮਾ ਨੇ ਜਿਹੜਾ ਵੀ ਇਹਨਾਂ ਕੋਲੇ ਆਉਂਦਾ ਹੈ, ਕਹਿੰਦੇ ਉਹਨੂੰ ਆਪਣੇ ਵਰਗਾ ਹੀ ਬਣਾ ਲੈਂਦੇ ਆ। ਆਖੋ ਸਤਨਾਮ। ਸੋ ਇਸ ਕਰਕੇ ਭਾਈ ਸੇਵਾ ਤੇ ਸਿਮਰਨ ਦੋ ਚੀਜ਼ਾਂ ਨੇ ਜੀਵਨ ਵਿੱਚ, ਇਹ ਜ਼ਰੂਰੀ ਹੈ। ਬਾਕੀ ਦੁੱਖ ਸੁੱਖ, ਅਮੀਰੀ ਗਰੀਬੀ, ਚੰਗੇ ਮਾੜੇ ਸਮੇਂ, ਇਹ ਤਾਂ ਸਭ ਤੇ ਹੀ ਆਉਂਦੇ ਆ ਗੁਰਮੁਖੋ। ਔਖ ਵੇਲੇ ਘਬਰਾਈ ਦਾ ਨਹੀਂ ਹੁੰਦਾ, ਉਦੋਂ ਸਤਿਗੁਰ ਨੂੰ ਯਾਦ ਕਰਿਆ ਕਰੋ। ਗੁਰੂ ਅਰਜਨ ਦੇਵ ਜੀ ਦੇ ਜੀਵਨ ਵਿੱਚੋਂ ਜੇ ਉਹਨਾਂ ਦੀ ਸ਼ਹੀਦੀ ਕੱਢ ਦੋ, ਫਿਰ ਦੇਖੋ ਰਹਿਣਾ ਹੀ ਨਹੀਂ ਕੁਛ ਗੁਰਮੁਖੋ। ਉਹ ਰੰਗ ਥੋੜੀ ਫਿਰ ਜਿਹੜਾ ਮਾਣ ਹੁਣ ਮਿਲਿਆ। ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਦੇ ਜੀਵਨ ਵਿੱਚੋਂ ਦੁੱਖਾਂ ਦਾ ਸਮਾਂ ਕੱਢ ਦਿਓ। ਗੁਰੂ ਗੋਬਿੰਦ ਸਿੰਘ ਦੀ ਜੀਵਨੀ ਪੜ੍ਹ ਲਓ। ਅਨੰਦਪੁਰ ਸਾਹਿਬ ਦਾ ਘੇਰਾ, ਚਮਕੌਰ ਸਾਹਿਬ ਦੇ ਯੁੱਧ, ਮਾਛੀਵਾੜਾ ਤੇ ਹੋਰ ਕਿੰਨੇ ਦੁੱਖ ਦੇ ਸਮੇਂ, ਉਹ ਕੱਢ ਦਿਓ। ਫਿਰ ਆਹ ਸਤਿਕਾਰ ਨਹੀਂ ਰਹਿਣਾ ਜਿਹੜਾ ਹੁਣ ਹੋਇਆ। ਆਖੋ ਸਤਨਾਮ ਵਾਹਿਗੁਰੂ। ਇਸ ਕਰਕੇ ਬੇਨਤੀ ਆ ਵੀ, ਇਹ ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਮਹਾਂਪੁਰਸ਼ ਕਹਿੰਦੇ, ਫਰੀਦਾ ਦੁਨੀ ਵਜਾਈ ਵੱਜਦੀ ਤੂੰ ਵੀ ਵੱਜਹਿ ਨਾਲ। ਕਹਿੰਦੇ ਜੋ ਵਾਵਾਂ ਵਗਦੀਆਂ ਨਾ, ਹੁਣ ਹਨੇਰੀ ਚੱਲੀ ਦੇਖੋ ਕੱਲ, ਕੋਈ ਹੋ ਸਕਿਆ ਵੀ ਧਰਮੀ ਨੂੰ ਨਾ ਹਨੇਰੀ ਲੱਗੇ ਤੇ ਪਾਪੀ ਨੂੰ ਜ਼ਿਆਦਾ ਲੱਗ ਜੇ? ਇਹ ਤਾਂ ਨਹੀਂ ਨਾ ਹੁੰਦਾ। ਹੁਣ ਸੂਰਜ ਚੜ੍ਹਿਆ, ਧੁੱਪ ਤਾਂ ਸਾਰਿਆਂ ਵਾਸਤੇ ਹੈ, ਰਾਤ ਆਉਣੀ ਹੈ, ਹਨੇਰਾ ਸਭ ਵਾਸਤੇ ਹੀ ਹੁੰਦਾ ਹੈ। ਗੁਰਮੁਖ ਪਿਆਰਿਓ, ਰੱਬ ਦੀ ਸਾਜੀ ਸ੍ਰਿਸ਼ਟੀ ਹੈ। ਜਿਹੜੀ ਵਾਹ ਫਰੀਦ ਸਾਹਿਬ ਕਹਿੰਦੇ ਵਗਦੀ ਆ, ਉਹ ਤਾਂ ਤੂੰ ਵੀ ਨਾਲ ਹੀ ਹੈ। ਪਰ ਸੋਈ ਜਿਉ ਨਾ ਵੱਜਦਾ, ਜਿਸ ਅੱਲੋਹ ਕਰਦਾ ਸਾਰ।
ਕਹਿੰਦੇ ਬੁਰਾਈਆਂ ਤੋਂ, ਕਲਯੁਗ ਦੇ ਪ੍ਰਭਾਵ ਤੋਂ ਉਹੀ ਜੀਵ ਬਚ ਸਕਦਾ ਹੈ ਜਿਹਨੂੰ ਸਤਿਗੁਰ ਆਪ ਸੰਭਾਲਣ। ਆਖੋ ਸਤਿਨਾਮ। ਸੋ ਲਓ ਭਾਈ, ਇੰਨੀ ਕੀ ਬੇਨਤੀ ਪ੍ਰਵਾਨ ਕਰ ਲਿਓ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ।